ਕਦੇ ਕਦੇ ਮਨ ਐਵੇਂ ਵਿਰਾਗ ਚ ਆ ਜਾਂਦਾ। ਪੰਜਾਬ ਪੰਜਾਬ ਘੂਕਦੇ ਰਹੀਦਾ। ਕੱਲ ਨਵਜੋਤ ਸਿੰਘ ਸਿੱਧੂ ਵੀ ਕਹਿੰਦਾ ਸੀ ਮੈਂ ਪੰਜਾਬ ਲਈ ਆ, ਘਰ ਲਈ ਨਹੀਂ। ਮੈਨੂੰ 3 ਸਾਲ ਪਹਿਲਾਂ ਦਾ ਉਹ ਮੰਜ਼ਰ ਯਾਦ ਆਉਂਦਾ ਜਦੋਂ ਭਾਈ ਨਿਰਮਲ ਸਿੰਘ ਖਾਲਸਾ ਕਰੋਨਾ ਦੇ ਵਕਤ ਚਲੇ ਗਏ ਸੀਗੇ। ਫਿਰ ਅਸੀਂ ਉਹਨਾਂ ਨੂੰ ਥੋੜੀ ਜਿਹੀ ਜ਼ਮੀਨ ਸੰਸਕਾਰ ਲਈ ਉਹ ਵੀ ਨਾ ਦੇ ਸਕੇ। ਇਹੀ ਤਾਂ ਪੰਜਾਬ ਹੈ, ਇਹੀ ਪੰਜਾਬੀਅਤ ਆ। ਜੇ ਇਹਨੂੰ ਤਸ਼ਬੀਹ ਦੇਣੀ ਹੋਵੇ ਅੱਜ ਦੇ ਦਿਨ 'ਚ, ਉਹ ਜਦੋਂ ਪੈਂਦੀ ਸਿਰ ਤੇ ਕਹਿੰਦੇ ਮਾਵਾਂ ਪੁੱਤ ਨਹੀਂ ਸੰਭਾਲਦੀਆਂ। ਤੇ ਫਿਰ ਅਸੀਂ ਨਰਮੋਏ ਤੇ ਨਾ ਸ਼ੁਕਰੇ ਜੇ। ਇਹ ਕਿੱਦਾਂ ਸੰਭਵ ਹੈ? ਇਹ ਵਿਰਾਸਤਾਂ ਵੱਡੀਆਂ ਨੇ, ਇੱਥੇ ਦਾਅਵੇ ਵੱਡੇ ਨੇ, ਦਿਲ ਛੋਟੇ ਨੇ। ਤੁਰਦਿਆਂ ਅੱਗੇ ਆਪਾਂ ਜ਼ਰੂਰ ਜ਼ਿਕਰ ਕਰਾਂਗੇ ਨਵਜੋਤ ਸਿੰਘ ਸਿੱਧੂ ਕੱਲ ਨੂੰ ਜਾਣਗੇ ਸਿੱਧੂ ਮੂਸੇਵਾਲੇ ਦੇ ਘਰ ਅਮਨ ਕਾਨੂੰਨ ਤੇ। ਤੁਸੀਂ ਕਹੋਗੇ ਤੁਸੀਂ ਸਿੱਧੂ ਦਾ ਰਾਗ ਲੈ ਕੇ ਬਹਿ ਗਏ। ਰਾਗ ਤਾਂ ਜਿਹੜਾ ਸੁਣਿਆ ਜਾਂਦਾ ਹੋਊਗਾ ਉਹਦਾ ਜ਼ਿਕਰ ਤਾਂ ਹੋਊਗਾ ਨਾ। ਅੰਮ੍ਰਿਤਪਾਲ ਦਾ ਰਾਗ ਅਜੇ ਮੁੱਕਿਆ ਨਹੀਂ, ਉਹਦੇ ਤੇ ਵੀ ਗੱਲ ਕਰਦੇ ਆ ਕਿ ਆਖਰ ਸੀਸੀਟੀਵੀਜ਼ ਤਾਂ ਨਜ਼ਰ ਆਉਂਦੇ ਆ, ਪੁਲਿਸ ਨਜ਼ਰ ਨਹੀਂ ਆਉਂਦੀ। ਕਈ ਵਾਰੀ ਪੁਲਿਸ ਦਾ ਮਨੋਬਲ ਵੀ ਆਪਾਂ ਰੱਖੀਏ ਨਾ ਕਦੇ ਨਜ਼ਰ ਦੇ ਵਿੱਚ। ਮੁੱਖ ਮੰਤਰੀ ਸਾਹਿਬ ਨੂੰ ਤਵੱਜੋ ਦੇਣ ਦੀ ਲੋੜ ਆ ਕਿ ਕਿਤੇ ਅਸੀਂ ਪੁਲਿਸ ਨੂੰ ਇਸ ਹੱਦ ਤੱਕ ਤਾਂ ਨਹੀਂ ਲੈ ਗਏ ਜਿੱਥੇ ਅਸੀਂ ਉਹਨਾਂ ਨੂੰ ਹੱਥ ਪਿੱਛੇ ਬੰਨ ਕੇ ਲੜਨ ਲਈ ਤੋਰਦੇ ਆ। ਚਲੋ ਇਹ ਵੀ ਛੱਡ ਦਿੰਨੇ ਆ, ਕਿਉਂਕਿ ਤਰੁਣ ਚੁੱਗ ਜਦੋਂ FIR ਦਰਜ ਕਰਾਉਂਦੇ ਨੇ ਨਾ, ਉਹ ਕਹਿੰਦੇ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਤੁਸੀਂ ਪੋਸਟਰ ਲਾਉਂਦੇ ਹੋ, ਲਾਉਂਦਾ ਤੁਹਾਡਾ ਮੰਤਰੀ ਆ, ਫੋਟੋਆਂ ਪ੍ਰਕਾਸ਼ਿਤ ਹੁੰਦੀਆਂ ਨੇ, ਉਸ ਤੋਂ ਬਾਅਦ ਅਣਪਛਾਤਿਆਂ ਦੇ ਖਿਲਾਫ ਪਰਚਾ ਦਰਜ ਹੁੰਦਾ। ਗੱਲ ਮੁੱਖ ਮੰਤਰੀ ਦੇ ਦਰਦ ਦੀ ਨਾ ਕੀਤੀ, ਕਿਉਂ ਨਾ ਕੀਤੀ ਭਲਾ? ਕਰਾਂਗੇ। RDF ਰੂਰਲ ਡਿਵੈਲਪਮੈਂਟ ਫੰਡ, ਉਹ ਕਹਿੰਦੇ ਅਸੀਂ ਕੋਰਟ 'ਚ ਜਾਵਾਂਗੇ। ਹੁਣ ਕੋਰਟ 'ਚ ਜਾਵਾਂਗੇ 3000 ਕਰੋੜ ਰੁਪਈਆ ਲੈਣ ਲਈ, ਇੱਥੇ 3 ਲੱਖ ਕਰੋੜ ਦੇ ਭਾਰ ਥੱਲੇ ਆਏ ਪਏ ਆ। ਚਲੋ ਭਾਸਕਰ ਸਾਹਿਬ, ਭਾਈ ਨਿਰਮਲ ਸਿੰਘ ਦਾ ਜਾਣਾ ਅਜੇ ਵੀ ਮੈਨੂੰ ਉਹ ਸ਼ਬਦ ਜਿਹੜੇ ਬੰਨ ਕੇ ਰੱਖਦੇ ਆ, ਕਿਤੇ ਲੰਬਾ ਟਰੈਵਲ ਕਰਨਾ ਹੋਵੇ, ਮਨ ਵਿਰਾਗ 'ਚ ਹੋਵੇ, ਕਦੇ ਜੁੜਨਾ ਹੋਵੇ ਨਾ ਆਤਮਾ ਨਾਲ, ਤੇ ਭਾਈ ਨਿਰਮਲ ਸਿੰਘ ਨੂੰ ਸੁਣ ਲਈਦਾ ਹੈ। ਪਰ ਉਸ ਦਿਨ ਉਹਦੀ ਕੂਕ ਬੰਦੇ ਦੀ ਸੁਣੀ ਨਾ ਗਈ ਜਦੋਂ ਰਾਤੀ ਉਹ ਆਪਣੇ ਪੁੱਤ ਨੂੰ ਆਵਾਜ਼ਾਂ ਮਾਰਦਾ ਸੀ। ਸਾਡੇ ਹਸਪੀਟਲ ਦੇ ਸਟਾਫ ਤੋਂ ਲੈ ਕੇ ਤੇ ਬਾਅਦ ਦੇ ਵਿੱਚ ਅੰਤਮ ਅਗਨੀ ਦੇਣ ਵੇਲੇ ਤੱਕ ਅਸੀਂ ਇੰਨੇ ਨਾ ਸ਼ੁਕਰੇ ਨਰਮੋਏ ਹੋ ਗਏ ਸੀ। ਮੇਰਾ ਦਿਲ ਡਰਦਾ। ਕੀ ਕਹਿੰਦੇ ਹੋ? ਬਿਲਕੁਲ, ਬੜਾ ਦੁਖਦਾਈ ਉਹ ਵਕਤ ਸੀਗਾ 2020 ਦਾ, ਜਦ ਭਾਈ ਨਿਰਮਲ ਸਿੰਘ ਅੱਜ ਦੇ ਦਿਨ ਉਹਨਾਂ ਦਾ ਕਰੋਨਾ ਕਰਕੇ ਦੇਹਾਂਤ ਹੋਇਆ ਸੀ। ਤੇ ਔਰ ਬਾਅਦ ਚੋਂ ਉਹਨਾਂ ਦੇ ਕ੍ਰਿਮੇਸ਼ਨ ਨੂੰ ਲੈ ਕੇ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਵਿਰੋਧ ਹੋਇਆ ਸੀ, ਨਹੀਂ ਇੱਥੇ ਨਹੀਂ ਕ੍ਰਿਮੇਟ ਕਰਨਾ। ਮੈਨੂੰ ਇਹ ਲੱਗਦਾ ਹੈ ਕਿ ਉਸ ਸੀਨ ਨੂੰ ਯਾਦ ਕਰਕੇ ਅੱਜ ਵੀ ਦਿਲ ਦਹਿਲਾਂਦਾ ਹੈ। ਔਰ ਅੱਜ ਅਸੀਂ ਉਸ ਡੇਟ ਦੇ ਉੱਤੇ ਹੀ ਬੈਠੇ ਹਾਂ ਔਰ ਭਾਈ ਨਿਰਮਲ ਸਿੰਘ ਉਹਨਾਂ ਨੂੰ ਸ਼ਰਧਾਂਜਲੀ ਦੇ ਦਿਨ ਬਣਦੀ ਹੈ। ਪਰ ਨਾਲ ਦੇ ਨਾਲ ਉਹ ਮੰਜ਼ਰ, ਉਹ ਸੀਨ ਜਦ ਉਹਨਾਂ ਦੇ ਸੰਸਕਾਰ ਵਾਸਤੇ ਜ਼ਮੀਨ ਨਾ ਦੇਣ ਦੀ ਗੱਲ ਹੋਣਾ, ਇਹ ਇੱਕ ਬੜਾ ਅਜੀਬ ਜਿਹਾ ਸੀ। ਉਸ ਗੱਲ ਨੂੰ ਯਾਦ ਕਰਕੇ ਅੱਜ ਵੀ ਦਿਲ ਦੁਖੀ ਹੁੰਦਾ। ਇੰਦਰਪ੍ਰੀਤ ਜੀ, ਤੁਹਾਡੇ ਤੋਂ ਵੀ ਮੈਂ ਜ਼ਰੂਰ ਟਿੱਪਣੀ ਲੈਣਾ ਚਾਹੂੰਗਾ। ਮੈਨੂੰ ਲੱਗਦਾ ਕਿ ਸਾਡੇ ਕੋਲ ਇੱਕ ਲੰਬੀ ਫਹਿਰਿਸਤ ਹੈ ਸਾਡੀਆਂ ਕੁਰਬਾਨੀਆਂ ਦੀ, ਸੈਕਰੀਫਾਈਸਿਸ ਦੀ, ਸਾਡੇ ਲੜਨ ਦੀ, ਸਾਡੇ ਇਸ ਖਿੱਤੇ ਲਈ ਯੁੱਧ ਸੰਘਰਸ਼ਾਂ ਦੀ। ਪਰ ਕਈ ਵਾਰੀ ਮੈਨੂੰ ਲੱਗਦਾ ਜਦੋਂ ਵਰਤਮਾਨ ਦੇ ਵਿੱਚ ਕੁਝ ਉਦਾਹਰਨਾਂ ਨਾਲ ਪੇਸ਼ ਹੁੰਦੇ ਆ ਤੇ ਬੜੇ ਬੌਣੇ ਤੇ ਛੋਟੇ ਲੱਗਦੇ ਆ। ਮੈਂ ਉਹਨੂੰ ਗਲਤ ਕਵਾਂ ਜਾਂ ਆਪਣੇ ਕਾਰ ਵਿਹਾਰ ਨੂੰ ਜਾਂ ਆਪਣੇ ਆਪ ਨੂੰ ਗਲਤ ਕਰਾਂ, ਕਟਹਿਰੇ 'ਚ ਰੱਖਾਂ? ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਰੰਧਾਵਾ ਸਾਹਿਬ, ਇਹ ਜਿਹੜੀ ਤੁਸੀਂ ਅੱਜ ਜ਼ਿਕਰ ਸਟਾਰਟਿੰਗ 'ਚ ਹੀ ਛੇੜਿਆ, ਇਹ ਬਹੁਤ ਹੀ ਦੁਖਦਾਈ ਵਾਲਾ क्षण ਸੀ ਸਾਡਾ। ਉਹ 3 ਸਾਲ ਪਹਿਲਾਂ ਜਿਹੜਾ ਅਸੀਂ ਸਾਰਿਆਂ ਨੇ ਹੰਢਾਇਆ। ਔਰ ਅਸਲ 'ਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਦੋਂ ਜਿਹੜਾ ਪੰਜਾਬ ਜਿਹੜੇ ਦੁਸ਼ਮਣਾਂ ਨੂੰ ਝੇਲਦਾ ਰਿਹਾ ਪਹਿਲਾਂ ਨਾ, ਉਹ ਸਾਰੇ ਦਿਖਦੇ ਸੀ, ਵਿਜ਼ੀਬਲ ਸੀਗੇ ਸਾਰੇ। ਇਹ ਪਹਿਲਾਂ ਇਹ ਜਿਹਾ ਦੁਸ਼ਮਣ ਸੀ ਜਿਹੜਾ ਅਨਵਿਜ਼ੀਬਲ ਸੀ ਔਰ ਸਾਡੇ ਸਾਹਮਣੇ ਇਹਨੂੰ ਬਹੁਤ ਵੱਡਾ ਬਣਾ ਕੇ ਪੇਸ਼ ਕੀਤਾ ਗਿਆ। ਹਾਲਾਂਕਿ ਜੇ ਤੁਸੀਂ ਅੱਜ ਗੱਲ ਕਰੋ, ਅੱਜ ਵੀ ਕੱਲ ਮੈਂ, ਕਿਉਂਕਿ ਅੱਜ ਕੱਲ ਰੋਜ਼ ਹੀ ਦੁਬਾਰਾ ਆਣੇ ਸ਼ੁਰੂ ਹੋ ਗਏ ਆ ਕਰੋਨਾ ਦੇ ਕੇਸ। ਰਾਤੀ ਬੁਲੇਟਿਨ ਇੱਕ ਹੈਲਥ ਡਿਪਾਰਟਮੈਂਟ ਜਾਰੀ ਕਰਦਾ ਹੈ ਤੇ ਉਹ 'ਚ ਦੱਸਦਾ ਕਿ ਬਈ ਹੁਣ ਇੰਨੇ ਕੇਸ ਆ ਗਏ, ਇੰਨੇ ਕੇਸ ਆ ਗਏ। ਤੇ ਮੈਂ ਦੇਖ ਰਿਹਾ ਸੀ ਕਿ ਉਹ ਫਿਰ ਬਦਲਣ ਲੱਗੇ। ਪਰ ਤੁਸੀਂ ਦੇਖੋ ਹੁਣ ਸਾਡੇ ਮਨਾਂ ਦੇ ਉੱਤੇ ਕੋਈ ਹੈ ਹੀ ਨਹੀਂ, ਆਂਦੇ ਆਈ ਜਾਣ ਕੇਸ, ਜਿੰਨੇ ਮਰਜ਼ੀ ਆਈ ਜਾਣ। ਪਰ ਜਿਹੜਾ ਉਦੋਂ ਸੀ ਨਾ, ਉਹ ਕਰੋਨਾ ਕਰਕੇ ਨਹੀਂ ਗਏ ਹੈਗੇ। ਉਹ ਜਿਹੜਾ ਕਰੋਨਾ ਦਾ ਖੌਫ ਸੀ ਨਾ, ਖੌਫ ਜ਼ਿਆਦਾ ਹੋਣ ਕਰਕੇ ਹੀ ਭਾਈ ਨਿਰਮਲ ਸਿੰਘ ਨੂੰ ਸਾਡੇ ਕੋਲੋਂ ਜਾਣਾ ਪਿਆ। ਮੈਨੂੰ ਲੱਗਦਾ ਕਿ ਸਥਿਤੀਆਂ ਤਾਂ ਚਾਹੇ ਜੇ ਜੀਆਂ ਮਰਜ਼ੀ ਹੋਣ, ਪਰ ਜਿਹੜਾ ਲੋਕਾਂ ਨੂੰ ਖੌਫ ਜ਼ਿਆਦਾ ਕਰਕੇ ਆਪਣਾ ਕਾਰੋਬਾਰ ਚਲਾਣਾ ਨਾ, ਇਹ ਸਭ ਤੋਂ ਖਤਰਨਾਕ ਹੈ। ਇਸ ਤੋਂ ਖਤਰਨਾਕ ਉੱਪਰ ਕੋਈ ਨਹੀਂ ਕਿ ਤੁਸੀਂ ਡਰਾ ਦੋ ਬੰਦੇ ਨੂੰ ਇੰਨਾ ਜ਼ਿਆਦਾ ਕਿ ਜੇ ਤੂੰ ਆ ਨਹੀਂ ਕੀਤਾ ਤਾਂ ਤੂੰ ਗਿਆ, ਜਾਂ ਜੋ ਕਰਤਾ ਤਾਂ ਪੂਰੀ ਸੁਸਾਇਟੀ ਚਲੀ ਜਾਏਗੀ। ਇਸ ਤਰ੍ਹਾਂ ਦਾ ਜਿਹੜਾ ਖੌਫ ਪੈਦਾ ਕਰ ਦੇਣਾ ਨਾ, ਉਹ ਬਹੁਤ ਖਤਰਨਾਕ ਹੈ। ਇਸ ਤੋਂ ਘੱਟੋ ਘੱਟ ਸਾਡੀ ਸੁਸਾਇਟੀ ਨੂੰ ਜ਼ਰੂਰ ਬਚਣਾ ਚਾਹੀਦਾ। 1.25 ਲੱਖ ਨਾਲ ਇੱਕ ਲੜਨ ਵਾਲਾ
ਗੁਰੂ ਵੱਲੋਂ ਸਾਡੇ ਅੰਦਰੋਂ ਖੌਫ ਕੱਢਣ ਵਾਲਾ, ਲਾਡਲੀਆਂ ਫੌਜਾਂ ਦੇ ਰੂਪ ਚ, ਤਸ਼ਬੀਹਾਂ ਦੇ ਰੂਪ ਚ ਕੀ ਕੁਝ ਨਹੀਂ ਮਿਲਦਾ ਇਤਿਹਾਸ ਵਿੱਚ। ਅਸੀਂ ਹਰ ਜਗ੍ਹਾ ਯੋਧੇ ਤਸੱਵਰ ਕੀਤੇ ਗਏ ਆ ਤੇ ਉਹੀ ਅਸੀਂ ਪਿੱਠ ਤੇ ਭਾਰ ਲੈ ਕੇ ਤੁਰੀ ਜਾਂਦੇ। ਤੁਸੀਂ ਕਹਿੰਦੇ ਹੋ ਸਾਡੇ ਅੰਦਰ ਖੌਫ ਭਰਤਾ, ਤੇ ਖੌਫ ਤੇ ਅੱਜ ਵੀ ਭਰਤਾ। ਲੋਕ ਕਹਿੰਦੇ ਨੇ ਬੱਚੇ ਨੂੰ ਵਿਦੇਸ਼ ਤੋਰ ਦੋ, ਨਸ਼ੇ ਚ ਲੱਗ ਜਾਓ, ਗੈਂਗਸਟਰ ਬਣ ਜਾਓ, ਕੋਈ ਝੂਠੇ ਪਰਚੇ ਚ ਸਿਆਸੀ ਕਿੜ ਕੱਢ ਜਾਓ, ਕੋਈ ਐਨਆਰਈ ਆਉਣ ਲੱਗਾ ਕਹਿੰਦਾ ਫਟਾਫਟ ਮੈਂ ਵਾਪਸ ਮੁੜਨਾ, ਮੈਂ ਜ਼ਮੀਨ ਵੇਚਣ ਆਉਣ ਲੱਗਿਆ, ਜੇ 4 ਦਿਨਾਂ ਚ ਪੈਸੇ ਕਰ ਸਕਦਾ ਕਰ ਲੈ, ਮੈਂ ਨਿਕਲਣਾ ਵਾਪਸ, ਪਤਾ ਨਹੀਂ ਹੁੰਦਾ ਕੋਈ ਫਸਾ ਨਾ ਦੇਵੇ। ਖੌਫ ਤਾਂ ਸਾਡੇ ਹਰ ਕਦਮ ਤੇ ਅੱਗੇ ਰੱਖਿਆ ਹੋਇਆ, ਤੇ ਫਿਰ ਇਸ ਖੌਫ ਦੇ ਸਾਹਮਣੇ ਖਲੋਣਾ ਕਿੰਨੇ ਆ, ਆਪਾਂ ਛੱਡ ਦਿੰਨੇ ਗੱਲ। ਮੈਨੂੰ ਭਾਸਕਰ ਸਾਹਿਬ ਬਹੁਤ ਸੰਖੇਪ ਦੇ ਵਿੱਚ ਲੋਕ ਕਹਿਣਗੇ ਤੁਸੀਂ ਲੱਸੀ ਰਿੜਕਦੇ ਹੋ ਕਿ ਪਾਣੀ ਰਿੜਕਦੇ ਹੋ, ਪਤਾ ਨਹੀਂ ਨਿਕਲਦਾ ਕੱਖ ਨਹੀਂ। ਅੰਮ੍ਰਿਤਪਾਲ ਨੂੰ ਲੈ ਕੇ ਫਿਰ ਇੱਕ ਵਾਰੀ ਜਿੰਨੀਆਂ ਵੀ ਇਨਪੁਟਸ ਨੇ ਤੇ ਜਿੰਨੀਆਂ ਵੀ ਅਖਬਾਰੀ ਰਿਪੋਰਟਾਂ ਨੇ ਤੇ ਜੋ ਵੀ ਪੁਲਿਸ ਵੱਲੋਂ ਆਊਟਪੁੱਟ ਵਜੋਂ ਦਿੱਤਾ ਗਿਆ ਫੀਲਡ ਵਿੱਚ, ਇਹਦੇ ਬਾਰੇ ਦੱਸਿਓ ਮੈਨੂੰ। ਪੁਲਿਸ ਦੇ ਮਨੋਬਲ ਨੂੰ ਲੈ ਕੇ ਵੀ ਸ਼ੱਕ ਹੋਣ ਲੱਗਿਆ। ਸਾਡੇ ਡੀਜੀਪੀ ਸਾਹਮਣੇ ਨਹੀਂ ਆ ਰਹੇ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਜਿਸ ਤਰੀਕੇ ਨਾਲ ਡੀਜੀਪੀ ਸਾਹਿਬ ਦੇ ਅਕਸ ਨੂੰ ਧੱਕਾ ਲੱਗਿਆ, ਅਸੀਂ ਇਹਨਾਂ ਚੀਜ਼ਾਂ ਤੇ ਨਹੀਂ ਜਾਂਦੇ। ਮੈਨੂੰ ਅੰਮ੍ਰਿਤਪਾਲ ਵਾਲੀ ਕਹਾਣੀ ਅੱਗੇ ਤੋਰ ਕੇ ਦੱਸਿਓ। ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਡੀਜੀਪੀ ਸਾਹਿਬ ਹਜੇ ਤੱਕ ਮੀਡੀਆ ਤੋਂ ਦੂਰ ਨੇ। ਕੱਲ ਭਗਵੰਤ ਮਾਨ ਉਹਨਾਂ ਅਨੰਦਪੁਰ ਸਾਹਿਬ ਦੇ ਵਿੱਚ ਟੋਲ ਪਲਾਜ਼ਾ ਫ੍ਰੀ ਕਰਨ ਵਾਸਤੇ ਗਏ ਸੀ। ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਅੰਮ੍ਰਿਤਪਾਲ ਦੇ ਬਾਰੇ, ਤੇ ਉਸ ਸਵਾਲ ਦਾ ਜਵਾਬ ਉਹਨਾਂ ਨੇ ਬਿਲਕੁਲ ਨਹੀਂ ਦਿੱਤਾ। ਕਹਿੰਦੇ ਅੱਜ ਮੈਂ ਉਸ ਮੁੱਦੇ ਤੇ ਗੱਲ ਕਰੂੰਗਾ ਜਿਸ ਮੁੱਦੇ ਦੇ ਵਾਸਤੇ ਮੈਂ ਇੱਥੇ ਆਇਆ। ਔਰ ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਹਜੇ ਵੀ ਪੁਲਿਸ ਉੱਥੇ ਹੀ ਖੜੀ ਹੈ ਜਿੱਥੇ ਮਾਰਚ 18 ਤੇ ਖੜੀ ਸੀ, ਯਾਨੀ ਪਿੱਛਾ ਕਰ ਰਹੀ ਹੈ ਅੰਮ੍ਰਿਤਪਾਲ ਦਾ। ਉਹਦੇ ਫੁੱਟਪ੍ਰਿੰਟਸ ਨੂੰ ਲਗਾਤਾਰ ਟਰੇਸ ਕਰ ਰਹੀ ਹੈ। ਔਰ ਉਸ ਟਰੇਸ ਦੇ ਵਿੱਚ ਕੱਲ ਇੱਕ ਕਾਮਯਾਬੀ ਜ਼ਰੂਰ ਮਿਲੀ ਪੰਜਾਬ ਪੁਲਿਸ ਨੂੰ। ਜਦ ਅੰਮ੍ਰਿਤਪਾਲ ਦੀ ਜਿਹੜੀ ਉਹ ਬੈਕ ਟੂ ਬੈਕ 2 ਵੀਡੀਓ ਆਈ ਸੀ, ਉਹ ਕਿਸ ਮੋਬਾਈਲ ਦੇ ਵਿੱਚੋਂ ਰਿਕਾਰਡ ਕੀਤੀ ਗਈ ਸੀ, ਸ਼ੂਟ ਕੀਤੀ ਗਈ ਸੀ, ਉਹਦੇ ਰਿਗਾਰਡਿੰਗ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ। ਔਰ ਕਥਿਤ ਤੌਰ ਤੇ ਉਸ ਸ਼ਖਸ ਨੇ ਹੀ ਵੀਡੀਓ ਬਣਾਉਣ ਦੇ ਵਿੱਚ ਅੰਮ੍ਰਿਤਪਾਲ ਦੀ ਮਦਦ ਕੀਤੀ ਸੀ। ਆਈਪੀ ਐਡਰੈਸ ਕਿੱਥੋਂ ਅਪਲੋਡ ਹੋਈ ਸੀ, ਉਹਦੇ ਵਾਸਤੇ ਕੇਂਦਰ ਸਰਕਾਰ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਕਿ ਵਿਦੇਸ਼ ਦੇ ਵਿੱਚ ਜਿਹੜੇ ਆਈਪੀ ਐਡਰੈਸ ਨੇ ਉਹ ਕਿਹਨਾਂ ਦੇ ਨੇ, ਉਹਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਜਾ ਸਕੇ। ਹੁਣ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਨੇ 3 ਦਿਨ ਡੇਰਾ ਲਾਇਆ ਹੋਇਆ ਸੀਗਾ ਔਰ ਇੱਕ ਤਰੀਕੇ ਨਾਲ ਘਰ ਘਰ ਦੀ ਕਈ ਪਿੰਡਾਂ ਦੇ ਵਿੱਚ ਤਲਾਸ਼ੀ ਲਿੱਤੀ ਗਈ ਸੀ। ਪਰ ਉਸ ਤੋਂ ਬਾਵਜੂਦ ਜਦ ਪੁਲਿਸ ਉੱਥੋਂ ਹਟਦੀ ਹੈ, ਉਸ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਆਉਂਦੀ ਹੈ, ਉਹਦੇ ਵਿੱਚ ਕਿਹਾ ਜਾਂਦਾ ਕਿ ਪਪਲਪ੍ਰੀਤ ਜਿੱਥੇ ਉਹ ਇਨੋਵਾ ਛੱਡ ਕੇ ਗਏ ਸੀ ਉੱਥੋਂ 2-3 ਕਿਲੋਮੀਟਰ ਦੀ ਦੂਰੀ ਦੇ ਵਿੱਚ ਇੱਕ ਡੇਰਾ ਹੈ ਤਨੌਲੀ ਪਿੰਡ ਦੇ ਵਿੱਚ। ਉਸ ਪਿੰਡ ਦੇ ਵਿੱਚ ਪਪਲਪ੍ਰੀਤ ਖੁੱਲ੍ਹੇਆਮ ਘੁੰਮਦਾ ਸੀਗਾ ਔਰ ਉਸ ਡੇਰੇ ਦੇ ਵਿੱਚ ਪੁਲਿਸ ਪਹੁੰਚੀ ਤੇ ਉੱਥੇ ਕੋਈ ਨਹੀਂ ਮਿਲਿਆ। ਹਾਲਾਂਕਿ ਡੇਰੇ ਵਾਲਿਆਂ ਨੇ ਇਹ ਜ਼ਰੂਰ ਕਿਹਾ ਕਿ ਸਾਨੂੰ ਨਹੀਂ ਪਤਾ ਪਪਲਪ੍ਰੀਤ ਕੌਣ ਹੈ, ਉਹ ਡਿਵੋਟੀ ਦੇ ਤੌਰ ਤੇ ਆਇਆ ਹੋਏਗਾ ਤੇ ਘੁੰਮ ਰਿਹਾ ਹੋਏਗਾ, ਬਿਲਕੁਲ ਨਹੀਂ ਪਤਾ। ਪਰ ਇਹ ਗੱਲਾਂ ਹੁਣ ਕਿੱਥੇ ਜਾ ਰਹੀ ਹੈ, ਅੱਗੇ ਕਿੱਥੇ ਪਹੁੰਚੇਗੀ, ਇਹਦੇ ਉੱਤੇ ਹਜੇ ਕਹਿਣਾ ਤੇ ਮੁਸ਼ਕਿਲ ਹੈ। ਪਰ ਪੁਲਿਸ ਦਾ ਵਾਰ-ਵਾਰ ਇਹ ਕਲੇਮ ਕਿ ਅਸੀਂ ਅੰਮ੍ਰਿਤਪਾਲ ਦੇ ਨਜ਼ਦੀਕ ਆ, ਅਸੀਂ ਉਸ ਕਲੇਮ ਦੇ ਉੱਤੇ ਕਿੰਨਾ ਕੁ ਵਿਸ਼ਵਾਸ ਕਰੀਏ ਜਦ ਅੰਮ੍ਰਿਤਪਾਲ ਅੱਗੇ ਔਰ ਪੁਲਿਸ ਪਿੱਛੇ। ਇਹ ਸਵਾਲ ਵੀ ਬਹੁਤ ਅਹਿਮ ਆ ਕਿ ਡਿਕਟੇਟ ਕੌਣ ਕਰ ਰਿਹਾ। ਪੁਲਿਸ ਦੇ ਨਜ਼ਰੀਏ ਤੋਂ ਵੀ ਹਦਾਇਤਾਂ ਕਿੱਥੋਂ ਆ ਰਹੀਆਂ ਕਿ ਲਾਰੈਂਸ ਬਿਸ਼ਨੋਈ ਵਾਲੀ ਇੰਟਰਵਿਊ ਤੋਂ ਬਾਅਦ ਵੀ ਚੀਜ਼ਾਂ ਨੂੰ ਆਪਰੇਟ ਕਿਵੇਂ ਕੀਤਾ ਗਿਆ, ਕਿ ਸੱਚਮੁੱਚ ਇਹਨਾਂ ਮਾਮਲਿਆਂ ਨੂੰ ਜਿਵੇਂ ਨਜ਼ਰ ਆਉਂਦੇ ਆ ਉਵੇਂ ਹੀ ਕਮਾਂਡ ਥੱਲੇ ਨੇ ਜਾਂ ਕੋਈ ਕਮਾਂਡ ਹੋਰ ਕਿਧਰੋਂ ਹੋ ਰਿਹਾ। ਇਸੇ ਕਰਕੇ ਅਫਸਰਸ਼ਾਹੀ 'ਚ ਇਹ ਬੇਚੈਨੀ ਹੁੰਦੀ ਆ। ਵੱਡੇ ਅਹੁਦੇ ਕੋਈ ਗ੍ਰਹਿਣ ਕਰਨ ਲਈ ਤਿਆਰ ਨਹੀਂ। ਔਰ ਜਿਹੜੇ ਤਨਦੇਹੀ ਨਾਲ ਡੀਜੀਪੀ ਗੌਰਵ ਜਾਦਵ ਬਾਰੇ ਕਿਹਾ ਜਾਂਦਾ ਸੀ ਕਿ ਉਹ ਫੀਲਡ ਵਿੱਚ ਭੱਜ ਨੱਠ ਕੇ ਕੰਮ ਕਰਨ ਵਾਲੇ ਬੰਦਿਆਂ 'ਚ ਜਾਣੇ ਜਾਂਦੇ ਆ, ਉਹ ਕਾਗਜ਼ ਪੱਤਰਾਂ ਦੇ ਬੜੇ ਮਾਹਰ ਨੇ, ਉਹ ਹਮੇਸ਼ਾ ਕਿਸੇ ਵੀ ਰਿਪੋਰਟ ਨੂੰ ਬਹੁਤ ਬਿਹਤਰ ਤਰੀਕੇ ਨਾਲ ਪੇਸ਼ ਕਰਦੇ ਨੇ। ਪਰ ਇਸ ਮਾਮਲੇ 'ਚ ਸ਼ਾਇਦ ਕਮਾਂਡ ਨੂੰ ਲੈ ਕੇ ਔਰ ਕਨਫਿਊਜ਼ਨ ਨੂੰ ਲੈ ਕੇ ਗੌਰਵ ਜਾਦਵ ਵੀ ਉਹਨੇ ਉਤਸ਼ਾਹਿਤ ਨਹੀਂ ਲੱਗ ਰਹੇ। ਇਹ ਚੀਜ਼ ਜੇਕਰ ਪਰਦੇ ਦੇ ਉੱਤੇ ਅੱਜ ਨਹੀਂ ਨਜ਼ਰ ਆ ਰਹੀ ਤੇ ਪਰਦੇ ਦੇ ਪਿਛਲੀਆਂ ਘਟਨਾਵਾਂ ਦੇ ਵਿੱਚ ਜ਼ਰੂਰ ਹੈ। ਮੈਂ ਇੰਦਰਪ੍ਰੀਤ ਜੀ, ਕੱਲ ਦੀ ਦੂਜੀ ਵੱਡੀ ਘਟਨਾ, ਨਵਜੋਤ ਸਿੰਘ ਸਿੱਧੂ ਦਾ 11 ਵਜੇ ਤੋਂ 12 ਵਜੇ ਤੱਕ ਦਾ ਟਾਈਮ ਸੀ ਜੇਲ੍ਹ ਚੋਂ ਨਿਕਲਣ ਦਾ, ਵੱਜ ਕੇ 6 ਆਉਂਦਿਆਂ ਸਿੱਧੂ ਕਹਿੰਦੇ ਵੀ ਇਹਦੇ ਨਾਲ ਫਰਕ ਨਹੀਂ ਪੈਂਦਾ ਛੋਟੇ ਭਾਈ। ਉਹ ਜਦੋਂ ਸਿੱਧੇ ਹੋ ਕੇ ਪੈਂਦੇ ਨੇ ਭਗਵੰਤ ਮਾਨ ਨੂੰ ਤੇ ਉਸ ਤੋਂ ਬਾਅਦ ਹੁਣ ਇਹ ਸਿਲਸਿਲਾ ਬਣਿਆ ਰਹਿਣਾ। ਇੱਕ ਟਿੱਪਣੀ ਨਵਜੋਤ ਸਿੰਘ ਸਿੱਧੂ ਤੇ ਤਾਂ ਬਣਦੀ। ਨਵਜੋਤ ਸਿੰਘ ਸਿੱਧੂ ਬਾਰੇ ਮੇਰੀ ਇੱਕ ਬੜੀ ਵੱਡੀ ਗਲਤਫਹਿਮੀ ਕੱਲ ਦੂਰ ਹੋ ਗਈ। ਮੈਨੂੰ ਇਹ ਲੱਗ ਰਿਹਾ ਸੀਗਾ ਕਿ ਕਦੋਂ ਬੰਦਾ ਜੇਲ੍ਹ 'ਚ ਚਲਾ ਜਾਂਦਾ ਨਾ ਤਾਂ ਉਹਦੇ 'ਚ ਬਦਲਾਅ ਬੜਾ ਆ ਜਾਂਦਾ, ਕਿਉਂਕਿ ਮੈਂ ਵਿਕਰਮ ਮਜੀਠੀਆ 'ਚ ਇਹ ਬਦਲਾਅ ਦੇਖਿਆ। ਵਿਕਰਮ ਮਜੀਠੀਆ ਜਿੰਨਾ ਜੇਲ੍ਹ ਜਾਣ ਤੋਂ ਪਹਿਲਾਂ ਜਿੰਨੇ ਕੁ ਆਕਰਾਮਕ ਹੁੰਦੇ ਸੀਗੇ, ਜੇਲ੍ਹ ਜਾਣ ਤੋਂ ਬਾਅਦ ਉਹ ਜਿਹਾ ਉਹਨਾਂ ਦਾ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਦੇ ਹੋਰ ਵੀ ਕਈ ਉਦਾਹਰਨਾਂ ਹੈਗੀਆਂ ਨੇ। ਔਰ ਇਹਨਾਂ ਬਾਰੇ ਵੀ ਮੈਨੂੰ ਇਹ ਲੱਗ ਰਿਹਾ ਸੀਗਾ ਕਿ
ਨਵਜੋਤ ਸਿੱਧੂ ਦੇ ਵਿੱਚ ਇੱਕ ਬਹੁਤ ਠਹਿਰਾਓ ਆਏਗਾ। ਤੁਸੀਂ ਵੀ ਕੱਲ ਗੱਲ ਕੀਤੀ ਸੀ ਵੀ ਸੁਖਪਾਲ ਖਹਿਰਾ ਨੇ ਬਾਹਰ ਆ ਕੇ ਕਿਹਾ ਕਿ ਹੁਣ ਬੜਾ ਸੁਣਦਾ ਹੈ, ਪਰ ਜਿਵੇਂ ਉਹ ਬਾਹਰ ਆਏ ਹੈ ਮੈਨੂੰ ਲੱਗਦਾ ਉਹਨਾਂ ਦੇ ਵਿੱਚ ਰੱਤੀ ਭਰ ਵੀ ਜਿਹਨੂੰ ਕਹਿੰਦੇ ਆ ਵੀ ਚੇਂਜ ਆਈ ਹੋਵੇ, ਮੈਨੂੰ ਇਦਾਂ ਦੀ ਕੋਈ ਦਿਖੀ ਨਹੀਂ ਹੈ। ਕੱਲ ਜਿੰਨੀ ਕਿ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣੀ ਸੀਗੀ, ਉਹ ਉਸੇ ਤਰ੍ਹਾਂ ਹੀ ਆਕ੍ਰਾਮਕ ਨੇ ਜਿੰਨਾ ਪਹਿਲਾਂ ਸੀਗੇ ਉਨਾ ਹੀ ਹੁਣ ਨੇ। ਠਹਿਰਾਓ ਨਾਂ ਦੀ ਉਹਨਾਂ 'ਚ ਕੋਈ ਚੀਜ਼ ਨਹੀਂ ਹੈ। ਮੇਰਾ ਖਿਆਲ ਹੈ ਕਿ ਇਹ ਕਿਸੇ ਵੀ ਪੋਲੀਟੀਸ਼ੀਅਨ ਲਈ ਇੱਕ ਸਭ ਤੋਂ ਵੱਡੀ ਗੁਣ ਹੁੰਦਾ ਹੈ ਠਹਿਰਾਓ। ਅਗਰ ਠਹਿਰਾਓ ਨਹੀਂ ਹੈ ਤਾਂ ਕਈ ਵਾਰ ਅਸੀਂ ਬਹੁਤ ਬੰਦਿਆਂ ਨੂੰ ਪਿੱਛੇ ਛੱਡ ਜਾਂਦੇ ਹਾਂ। ਜਿਵੇਂ ਮੈਨੂੰ ਲੱਗਦਾ ਕੱਲ ਵੀ ਉਹਨਾਂ ਨਾਲ ਦੇਖੋ ਨਾ ਕਿਹੜੇ ਬੰਦੇ ਆਏ ਆ ਜਿਹੜੇ ਹੁਣ ਮਤਲਬ ਅੱਜ ਦੀ ਦੌਰ ਦੇ ਵਿੱਚ ਪੋਲਿਟਿਕਸ ਦੇ ਵਿੱਚ ਜਿਹਨੂੰ ਜ਼ੀਰੋ ਕਹਿੰਦੇ ਵੀ ਜ਼ੀਰੋ ਹੋ ਚੁੱਕਿਆ, ਉਹ ਬੰਦੇ ਉਹਨਾਂ ਨਾਲ ਖੜੇ ਹੈ। ਸੋ ਇਹ ਜਿਹੜੀ ਕੱਲ ਵੀ ਉਹਨਾਂ ਨੇ ਨਿੱਜੀ ਟਿੱਪਣੀਆਂ ਜੀਆਂ ਜਿਵੇਂ ਭਗਵੰਤ ਮਾਨ ਹੋਣਾ ਤੇ ਵੀ ਕੀਤੀਆਂ ਨੇ ਕਿ ਮੈਨੂੰ 12 ਵਜੇ ਦਾ ਕਿਹਾ ਸੀ ਤੇ 6 ਵਜੇ ਛੱਡਿਆ, ਤੇ ਹਾਲਾਂਕਿ ਸ਼ਾਮ ਨੂੰ ਮਾਲਵਿੰਦਰ ਕੰਗ ਹੋਰਾਂ ਦਾ ਵੀ ਇੱਕ ਬਿਆਨ ਆ ਗਿਆ ਵੀ ਉਹਨਾਂ ਨੂੰ ਤਾਂ 12 ਵਜੇ ਹੀ ਛੱਡਤਾ ਸੀਗਾ ਜੀ, ਅਸੀਂ ਤਾਂ ਉਹ ਜਦੋਂ ਜਾਣਾ ਚਾਹੁੰਦੇ ਚਲੇ ਜਾਂਦੇ। ਸੋ ਇਹਦੇ ਵਿੱਚ ਗੈਪਸ ਨੇ, ਕੌਣ ਕਿੰਨਾ ਠੀਕ ਹੈ ਇਹ ਤਾਂ ਆਫੀਸ਼ੀਅਲ ਹੀ ਦੱਸ ਸਕਦੇ ਹੈ, ਪਰ ਮੈਂ ਵਿਵਹਾਰ ਦੀ ਗੱਲ ਕਰ ਰਿਹਾ ਇੱਥੇ। ਵਿਵਹਾਰ ਦੇ ਵਿੱਚ ਸਿੱਧੂ ਦੇ ਕੋਈ ਚੇਂਜ ਨਹੀਂ ਆਈ ਹੈ, ਔਰ ਮੈਨੂੰ ਲੱਗਦਾ ਕਿ ਇਹ ਵਿਵਹਾਰ ਪੰਜਾਬ ਦੀ ਪੋਲਿਟਿਕਸ ਵਾਸਤੇ ਠੀਕ ਨਹੀਂ ਹੈ। ਪੰਜਾਬ ਦੀ ਪੋਲਿਟਿਕਸ ਹੁਣ ਠਹਿਰਾਓ ਚਾਹੁੰਦੀ ਹੈ, ਕਿਤੇ ਨਾ ਕਿਤੇ ਠਹਿਰਾਓ ਇੱਕ ਦੇਖੋ ਇੱਕ ਬਲੂ ਪ੍ਰਿੰਟ ਜਾਂ ਦੇ ਕੇ ਕਿ ਹਾਂਜੀ ਮੈਂ ਤਾਂ ਇਸ ਤੇ ਹੀ ਕੰਮ ਕਰੂੰਗਾ, ਤਾਂ ਬੇਸ਼ੱਕ ਚਾਹੇ ਉਹ ਰਾਹ ਆਪਣਾ ਅਲੱਗ ਅਪਣਾ ਲੈਣ, ਚਾਹੇ ਉਹ ਵਿਦਿਨ ਕਾਂਗਰਸ ਕਰਨ ਕੰਮ, ਪਰ ਉਹ ਇੱਕ ਬਲੂ ਪ੍ਰਿੰਟ ਦੇ ਕੇ ਅੱਗੇ ਵਧਣ ਔਰ ਠਹਿਰਾਓ ਨਾਲ ਚੰਗੇ ਬੰਦਿਆਂ ਨੂੰ ਆਪਣੇ ਨਾਲ ਜੋੜਨ, ਤਾਂ ਹੀ ਅੱਗੇ ਪੰਜਾਬ ਦਾ ਕੋਈ ਭਲਾ ਆਉਣ ਵਾਲਾ ਹੈ। ਕਿਉਂਕਿ ਪੰਜਾਬ ਹੁਣ ਬਹੁਤ ਹੀ ਜ਼ਿਆਦਾ ਪ੍ਰਯੋਗ ਕਰਨ ਦੀ ਸਥਿਤੀ 'ਚ ਨਹੀਂ ਹੈਗਾ, ਬਹੁਤ ਵਿਕਟ ਸਥਿਤੀ 'ਚੋਂ ਲੰਘ ਰਿਹਾ ਜੀ। ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਠੀਕ, ਲੇਕਿਨ ਮੈਂ ਕੱਲ ਸ਼ਾਮ ਨੂੰ ਸਰਦਾਰ ਹਰਮੀਤ ਸਿੰਘ ਔਰ ਸਰਦਾਰ ਜਗਤਾਰ ਸਿੰਘ ਨਾਲ ਇਹ ਪ੍ਰੋਗਰਾਮ ਦੌਰਾਨ ਵੀ ਇਹ ਗੱਲ ਕਹੀ ਸੀ ਕਿ ਮੈਂ ਇਹੀ ਉਮੀਦ ਕਰ ਰਿਹਾ ਸੀ ਜੋ ਉਹਨਾਂ ਨੇ ਕੀਤਾ, ਜੇ ਉਹ ਇੰਜ ਨਾ ਕਰਦੇ ਤੇ ਮੈਂ ਨਿਰਾਸ਼ ਹੁੰਦਾ। ਮੈਂ ਹੁਣ ਫਿਰ ਇੱਕ ਵਾਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਤਾ ਸੀ ਕਿ ਉਹਨੇ ਕੀ ਕਰਨਾ, ਉਹਨੂੰ ਪਤਾ ਸੀ ਕਿ ਉਹਦੇ ਲਈ ਕੈਮਰੇ ਕਿਉਂ ਖੜੇ ਨੇ, ਉਹਨੂੰ ਪਤਾ ਸੀ ਕਿ ਵਰਕਰ ਕਿਉਂ ਆਏ ਨੇ, ਉਹਨੂੰ ਪਤਾ ਸੀਗਾ ਕਿ ਉਹਨੂੰ ਕੌਣ ਟੀਵੀ ਸਕਰੀਨ ਮੂਹਰੇ ਬੈਠਾ ਉਡੀਕ ਰਿਹਾ ਜਿਹਦੇ 'ਚ ਉਹਦੀ ਆਪਣੀ ਪਾਰਟੀ ਦੇ ਬੰਦੇ ਨੰਬਰ 1 ਤੇ ਹੋਣਗੇ, ਉਹਦੇ 'ਚ ਮੁੱਖ ਮੰਤਰੀ ਵੀ ਹੋਊਗਾ, ਉਹਦੇ ਵਿੱਚ ਉਹਦੀ ਪਾਰਟੀ ਦਾ ਮੁਖੀ ਰਾਹੁਲ ਗਾਂਧੀ ਵੀ ਹੋਊਗਾ, ਤੇ ਉਹਦੇ ਵਿੱਚ ਬੀਜੇਪੀ ਦੇ ਵੱਡੇ ਆਗੂ ਹੋਣਗੇ, ਕਿਉਂਕਿ ਕਾਂਗਰਸ ਕੋਲੇ ਸਿੱਧੂ ਵਰਗਾ ਦੂਜਾ ਬੁਲਾਰਾ ਕੋਈ ਨਹੀਂ। ਜੇ ਉਹ ਸੁਸਤ ਤਰੀਕੇ ਨਾਲ ਚਲੇ ਜਾਂਦਾ ਸਾਰੀਆਂ ਧਿਰਾਂ 'ਚ ਉਹਨੇ ਮੁੱਕ ਜਾਣਾ ਸੀ, ਤੇ ਅਸੀਂ ਵੀ ਅੱਜ ਏਡੀ ਵੱਡੀ ਚਰਚਾ ਕੱਲ ਤੇ ਅੱਜ ਨਹੀਂ ਕਰ ਰਹੇ ਹੋਣਾ ਸੀ ਇਹ ਕਹਿ ਕੇ ਕਿ ਨਵਜੋਤ ਸਿੰਘ ਸਿੱਧੂ ਬਦਲ ਗਿਆ। ਇਹੀ ਉਹਦਾ ਮਾਸਟਰ ਸਟ੍ਰੋਕ ਸੀ ਜਿਹੜਾ ਉਹਨੇ ਖੇਡਿਆ, ਇਹ ਦਾ ਉਹਨੇ ਖੇਡਿਆ ਔਰ ਇਹ ਦਾ ਖੇਡਦਾ ਰਹੂਗਾ। ਪੰਜਾਬ ਦੇ ਸੀਨ ਵਿੱਚ ਕਿਸੇ ਦੀ ਹੋਂਦ ਹਾਜ਼ਰੀ ਹੈ ਨਹੀਂ, ਇਹ ਪੂਰਾ ਵੈਕਿਊਮ ਆ। ਇਸ ਵੈਕਿਊਮ ਦੇ ਵਿੱਚ ਸਿੱਧੂ ਨੇ ਢੋਲ ਢਮੱਕੇ ਨਾਲ ਆਪਣੀ ਐਂਟਰੀ ਪਾਤੀ ਆ, ਜੇ ਉਹ ਨਾ ਪਾਉਂਦਾ ਇਹ ਸੀਨ ਹੋਰ ਧੁੰਦਲਕੇ ਵਾਲਾ ਗਾੜਾ ਹੋ ਜਾਣਾ ਸੀ। ਸਿੱਧੂ ਕੀ ਕਰਦਾ ਕੀ ਨਹੀਂ ਕਰਦਾ, ਉਹ ਸਫਲ ਹੁੰਦਾ ਅਸਫਲ ਹੁੰਦਾ, ਕਮਾਂਡ ਕਰਦਾ ਨਹੀਂ ਕਰਦਾ, ਉਹ ਆਪਣੇ ਲੋਕਾਂ ਨੂੰ ਲੈ ਕੇ ਚੱਲਦਾ। ਤੁਸੀਂ ਕਹਿੰਦੇ ਉੱਥੇ ਬੰਦੇ ਆਏ ਨਹੀਂ, ਆਪਣੀਆਂ ਕੁਰਸੀਆਂ ਖਵਾਉਣ ਕੌਣ ਆਉਂਦਾ? ਉਹ ਤਾਂ ਕੋਨਿਆਂ 'ਚ ਬੈਠੇ ਹੋਣਗੇ ਸੋਚਦੇ ਪਲੈਨਿੰਗ ਕਰਦੇ ਕਿ ਹੁਣ ਇਹ ਨਵੀਂ ਪੈ ਗਈ ਬਿੱਜ ਦਾ ਕੀ ਹੱਲ ਆ। ਜੇ ਹਾਈ ਕਮਾਂਡ ਉਹਨੂੰ ਕਰਨਾਟਕ 'ਚ ਵਰਤਣਾ ਚਾਹੂਗੀ, ਜਲੰਧਰ ਇੱਧਰ ਹਾਰ ਜਾਂਦੇ ਆ, ਇੱਧਰੋਂ ਆਉਂਦਾ ਨਹੀਂ, ਕਰਨਾਟਕ 'ਚ ਜਾ ਕੇ ਰੌਲਾ ਪਾਉਂਦਾ, ਉੱਥੇ ਕਾਂਗਰਸ ਚੰਗਾ ਪਰਫਾਰਮ ਕਰ ਜਾਂਦੀ ਹੈ। ਉਸ ਤੋਂ ਬਾਅਦ ਸਿੱਧੂ ਨੇ ਪੰਜਾਬ 'ਚ ਹੀ ਆਉਣਾ, ਹੋਰ ਕਿੱਥੇ ਜਾਣਾ? ਉਹ ਕਹਿੰਦਾ ਮੈਂ ਪੰਜਾਬ ਲਈ ਬਣਿਆ। ਤੇ ਫਿਰ ਜਿਹੜੀਆਂ ਮੌਜੂਦਾ ਕੁਰਸੀਆਂ ਵਾਲੇ ਨੇ ਖਤਰੇ ਤੇ ਉਹਨਾਂ ਨੂੰ ਆ। ਅਜੇ ਪ੍ਰਤਾਪ ਸਿੰਘ ਬਾਜਵਾ ਸ਼ਾਇਦ ਸ਼ੁਕਰ ਮਨਾਉਂਦੇ ਹੋਣੇ ਕਿ ਚੰਗਾ ਹੋਇਆ ਮੈਂ ਪ੍ਰਧਾਨਗੀ ਨੇ ਲਈ, ਐਲਓਪੀ ਬਣ ਗਿਆ। ਇਹ ਤੇ ਅਜੇ ਉਹਦਾ ਨਹੀਂ ਨਾ ਕਿਤੇ ਜਾਣ ਲੱਗਿਆ। ਘੱਟੋ ਘੱਟ ਭਾਸਕਰ ਸਾਹਿਬ ਟਿੱਪਣੀ। ਜੀ ਬਿਲਕੁਲ, ਨਵਜੋਤ ਸਿੰਘ ਸਿੱਧੂ ਕੱਲ ਜਦ 6 ਵਜੇ ਦੇ ਕਰੀਬ ਜੇਲ੍ਹ ਤੋਂ ਬਾਹਰ ਆਉਂਦੇ ਨੇ ਤੇ ਕਾਫੀ ਇੰਤਜ਼ਾਰ ਹੁੰਦਾ ਹੈ ਕਿ ਉਹਨਾਂ ਦੀ ਬੋਡੀ ਲੈਂਗੁਏਜ ਕੀ ਕਹੇਗੀ। ਬੋਡੀ ਲੈਂਗੁਏਜ ਤਕਰੀਬਨ ਉਹੀ ਸੀ ਜਦ ਉਹਨਾਂ ਦੀ ਤਾਜਪੋਸ਼ੀ ਹੋਈ ਸੀ ਜਿਹੜੇ ਕਾਂਗਰਸ ਦੇ ਦਫ਼ਤਰ ਦੇ ਵਿੱਚ। ਹੁਣ ਜਦੋਂ ਆਉਂਦੇ ਨੇ ਸਭ ਤੋਂ ਪਹਿਲੇ ਕੀ ਕਹਿੰਦੇ ਨੇ? ਕ੍ਰਾਂਤੀ। ਰਾਹੁਲ ਗਾਂਧੀ ਇੱਕ ਕ੍ਰਾਂਤੀ ਹੈ, ਯਾਨੀ ਇਹ ਗੱਲ ਉਹ ਅੰਦਰੋਂ ਹੀ ਸੈੱਟ ਕਰਕੇ ਆਏ ਸੀ। ਸਭ ਤੋਂ ਪਹਿਲੇ ਗੱਲ ਹੀ ਇਹ ਕਰਨੀ ਹੈ ਰਾਹੁਲ ਗਾਂਧੀ ਦੀ, ਔਰ ਮੋਦੀ ਨੂੰ ਤਾਨਾਸ਼ਾਹ, ਉਹਨਾਂ ਨੇ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਨਾਸ਼ਾਹ ਇੱਕ ਜ਼ਰੂਰ ਕਿਹਾ। ਉਸ ਤੋਂ ਬਾਅਦ ਉਹ ਆਪਣਾ ਅਟੈਕ ਜਾਰੀ ਰੱਖਦੇ ਨੇ ਪੰਜਾਬ ਸਰਕਾਰ ਦੇ ਉੱਤੇ, ਅਖਬਾਰੀ ਮੁੱਖ ਮੰਤਰੀ ਔਰ ਪੈਸੇ ਕਿੱਥੋਂ ਲਿਆਓਗੇ, ਜਿਹੜੇ ਸਵਾਲ ਅੰਦਰ ਜਾਣ ਤੋਂ ਪਹਿਲੇ ਉਹ ਕਰਦੇ ਸੀਗੇ ਉਹੀ ਅੰਦਰ ਬਾਹਰ ਆਉਣ ਤੋਂ ਬਾਅਦ ਵੀ ਉਹਨਾਂ ਨੇ ਕੀਤੇ। ਇੱਕ ਟੋਨ ਸੈੱਟ ਕਰਤੀ ਉਹਨਾਂ ਨੇ। ਯਾਨੀ ਅੱਗੇ ਚੱਲ ਕੇ ਕੀ ਕਹਿ ਰਹੇ ਨੇ ਰੰਧਾਵਾ ਜੀ? ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਗੱਜ ਵੱਜ ਕੇ ਜਿਹੜੀ ਕੱਲ ਗੱਲਾਂ ਕੀਤੀ ਔਰ ਆਪਣੇ ਸਟਾਈਲ ਦੇ ਵਿੱਚ ਕੀਤੀ। ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਕਾਂਗਰਸ ਦੇ ਵਿੱਚ ਕੀ ਰੋਲ ਹੋਏਗਾ,
ਕਿਉਂਕਿ ਜਦ ਉਹ ਅੰਦਰ ਸੀਗੇ ਕਈ ਗੱਲਾਂ ਇਹ ਵੀ ਤੁਰਦੀ ਸੀ ਕਿ ਮਨਪ੍ਰੀਤ ਬਾਦਲ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਔਰ ਉਹ ਭਾਜਪਾ ਦੇ ਵਿੱਚ ਵੀ ਜਾ ਸਕਦੇ ਨੇ। ਬਾਹਰ ਆਂਦਾ ਹੀ ਸਭ ਤੋਂ ਪਹਿਲੇ ਉਹਨਾਂ ਨੇ ਕਲੀਅਰ ਕੀਤਾ ਕਿ ਮੈਂ ਭਾਜਪਾ ਦੇ ਵਿੱਚ ਬਿਲਕੁਲ ਨਹੀਂ ਜਾ ਰਿਹਾ। ਦੂਜਾ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਰੋਧ ਉਹ ਕਰਦੇ ਰਹਿਣਗੇ, ਕਾਂਗਰਸ ਦੇ ਵਿੱਚ ਰਹਿਣਗੇ। ਕਾਂਗਰਸ ਦੀ ਲੜਾਈ ਹੁਣ ਨੈਸ਼ਨਲ ਲੈਵਲ ਤੋਂ ਲੈ ਕੇ ਸੂਬੇ ਦੇ ਲੈਵਲ ਤੇ ਬਾਅਦ ਤੋਂ ਆਣਗੇ। ਹਜੇ ਤੱਕ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਸਟੈਂਡ ਸੀ ਕਿ ਪੰਜਾਬ ਦੇ ਵਿੱਚ ਉਹ ਆਪਣੀ ਰਾਜਨੀਤੀ ਨੂੰ ਕਰਨਗੇ, ਪਰ ਆ ਜਿਹੜੀ ਕ੍ਰਾਂਤੀ ਵਾਲੀ ਤਾਨਾਸ਼ਾਹੀ ਵਾਲੀ ਗੱਲ ਕਰਕੇ ਉਹ ਰਾਹੁਲ ਗਾਂਧੀ ਦੇ ਨਾਲ ਪ੍ਰਿਯੰਕਾ ਗਾਂਧੀ ਦੀ ਤਾਰੀਫਾਂ, ਹੁਣ ਉਹ ਨੈਸ਼ਨਲ ਪੋਲਿਟਿਕਸ ਵਿੱਚ ਜਾ ਸਕਦੇ ਨੇ। ਕਰਨਾਟਕਾ ਦੇ ਵਿੱਚ ਹੁਣ ਇਲੈਕਸ਼ਨ ਹੋਣ ਵਾਲੇ ਨੇ, ਆਲਰੇਡੀ ਅਨਾਉਂਸ ਹੋ ਚੁੱਕੇ ਨੇ, ਉੱਥੇ ਨਵਜੋਤ ਸਿੰਘ ਸਿੱਧੂ ਦਾ ਕੋਈ ਵੱਡਾ ਰੋਲ ਹੋ ਸਕਦਾ ਹੈ। ਜਿੱਥੇ ਤੱਕ ਸੂਬੇ ਦੀ ਕਾਂਗਰਸ ਦੀ ਗੱਲ ਕਰੀਏ, ਸਵੇਰੇ ਇੱਕ ਗੱਲ ਉੱਠੀ ਸੀ, ਗੌਤਮ ਸੇਠ ਜਿਹੜੇ ਸਿੱਧੂ ਉਹਨਾਂ ਦੇ ਕਾਫੀ ਕਰੀਬ ਹੀ ਹੈ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉੱਤੋਂ ਕੇਸੀ ਵੇਨੂਗੋਪਾਲ ਉਹਨਾਂ ਦਾ ਫੋਨ ਆਇਆ ਸਾਰੇ ਲੀਡਰਾਂ ਨੂੰ, ਜੋ ਜਿੱਥੇ ਹੈਗਾ ਉਹ ਸਾਰੇ ਆਪਣੇ ਕੰਮ ਛੱਡ ਕੇ ਪਟਿਆਲਾ ਪਹੁੰਚੇ ਤੇ ਸਿੱਧੂ ਦੀ ਵੈਲਕਮ ਵਾਸਤੇ ਉੱਥੇ ਲਾਈਨ ਲਾ ਕੇ ਖੜਾ ਹੋਏ। ਕੋਈ ਨਹੀਂ ਆਇਆ। ਜਿਹੜੇ ਵੱਡੇ ਲੀਡਰਾਂ ਦੀ ਗੱਲ ਕਰੀਏ, ਪ੍ਰਤਾਪ ਸਿੰਘ ਬਾਜਵਾ ਇੱਕ ਦਿਨ ਪਹਿਲੇ ਤੇ ਮਿਲਣ ਜਾਂਦੇ ਨੇ, ਪਰ ਕੱਲ ਉੱਥੋਂ ਵੀ ਉਹ ਨਜ਼ਾਰਾ ਦਿੰਦੇ ਨੇ। ਇੱਥੇ ਤੱਕ ਕਿ ਪ੍ਰਗਟ ਸਿੰਘ ਉਹਨਾਂ ਜਿਹੜੇ ਆਵਾਜ਼ੇ ਪੰਜਾਬ ਦੇ ਟਾਈਮ ਤੇ ਉਸ ਪੋਸਟਰ ਦੇ ਟਾਈਮ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਸੀ, ਉਹ ਉੱਥੇ ਜਾਂਦੇ ਤੇ ਹੈਗੇ ਨੇ, ਪਰ ਉਹ ਕਿਸੇ ਵੀ ਮੀਡੀਆ ਦੇ ਕੈਮਰੇ ਦੇ ਵਿੱਚ ਕੈਦ ਨਹੀਂ ਹੁੰਦੇ। ਉਹ ਆਪਣੀ ਇੱਕ ਫੇਸਬੁੱਕ ਪੇਜ ਦੇ ਉੱਤੇ ਜਾਂ ਆਪਣੇ ਇੱਕ ਸਮਰਥਕ ਦੀ ਫੇਸਬੁੱਕ ਦੇ ਪੇਜ ਦੇ ਉੱਤੇ ਆਪਣੀ ਹਾਜ਼ਰੀ ਲਵਾਉਂਦੇ ਆ ਕਿ ਅਸੀਂ ਗਏ ਸੀ ਉੱਥੇ, ਪਰ ਸਿੱਧੂ ਉਹਨਾਂ ਨੂੰ ਮਿਲੇ ਬਗੈਰ ਉਹ ਵਾਪਿਸ ਆ ਜਾਂਦੇ ਨੇ। 5:15 5:30 ਦੇ ਕਰੀਬ ਪਹੁੰਚਦੇ ਨੇ, ਫੋਟੋ ਖਿਚਾਉਂਦੇ ਨੇ, ਬਾਰਿਸ਼ ਹਲਕੀ ਹਲਕੀ ਜਿਹੀ ਆ ਰਹੀ ਸੀ ਤੇ ਉਸ ਤੋਂ ਬਾਅਦ ਆ ਜਾਂਦੇ ਨੇ। ਏਦਾਂ ਦੇ ਕਈ ਲੀਡਰ ਹੈਗੇ ਨੇ ਜਿਨ੍ਹਾਂ ਨੇ ਆਪਣੀ ਉਸ ਹਾਜ਼ਰੀ ਦੇ ਸਬੂਤ ਇਕੱਠੇ ਕਰ ਲਏ ਨੇ ਕਿ ਜੀ ਅਸੀਂ ਤੇ ਪਹੁੰਚੇ ਸੀ ਪਰ ਭੀੜ ਬੜੀ ਸੀ, ਤੁਹਾਨੂੰ ਮਿਲ ਨਹੀਂ ਪਾਏ। ਰਾਜਾ ਵੜਿੰਗ ਉਹਨਾਂ ਦਾ ਵੀ ਦੇਰ ਸ਼ਾਮ ਨੂੰ ਇੱਕ ਟਵੀਟ ਜਾ ਜਾਂਦਾ ਹੈ, ਉਸ ਟਵੀਟ ਦੇ ਵਿੱਚ ਵੈਲਕਮ ਸਰਦਾਰ ਨਵਜੋਤ ਸਿੰਘ ਸਿੱਧੂ, ਅੱਗੇ ਚੱਲ ਕੇ ਪੰਜਾਬ ਦੇ ਕੰਮ ਕਰਨਗੇ। ਇਹ ਗੱਲਾਂ ਤੇ ਕਰਦੇ ਨੇ ਕਿ ਪੰਜਾਬ ਨੂੰ ਤੁਹਾਡੀ ਲੋੜ ਹੈ, ਪਰ ਉਹ ਜਿਹੜਾ ਨੋਟਿਸ, ਸ਼ੋਕਾਜ਼ ਨੋਟਿਸ ਜੇਲ੍ਹ ਜਾਣ ਤੋਂ ਪਹਿਲੇ ਦਿੱਤਾ ਸੀਗਾ, ਉਹਦੀ ਗੱਲ ਹਜੇ ਤੱਕ ਅੱਗੇ ਤੁਰ ਰਹੀ ਹੈ। ਕੱਲ ਜਲੰਧਰ ਦੇ ਵਿੱਚ ਕਾਫੀ ਸਾਰੇ ਕਾਂਗਰਸੀ ਇਕੱਠੇ ਹੋਏ ਸੀ, ਉਸ ਮੀਟਿੰਗ ਦੇ ਵਿੱਚ ਹਰੀਸ਼ ਚੌਧਰੀ ਵੀ ਸੀ। ਮੀਟਿੰਗ ਦੇ ਵਿੱਚ ਕੁਝ ਏਦਾਂ ਦੀ ਗੱਲਾਂ ਹੋਈਆਂ ਔਰ ਇਹ ਵੀ ਗੱਲ ਨਿਕਲ ਕੇ ਆਈ ਹੈ ਕਿ ਜੋ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਵੈਲਕਮ ਕਰਨ ਵਾਸਤੇ ਗਏ ਸੀ, ਉਹਦੇ ਉੱਤੇ ਖਾਸ ਕਰਕੇ ਸੂਬੇ ਦੀ ਹਾਈਕਮਾਨ ਕੋਲ ਰਾਜਾ ਵੜਿੰਗ ਉਹਨਾਂ ਉਹ ਨਜ਼ਰ ਰੱਖੇ ਹੋਏ ਨੇ। ਪਿਛਲੇ ਦਿਨਾਂ ਦੇ ਵਿੱਚ ਸਿੱਧੂ ਦੇ ਇੱਕ ਖਾਸ ਵਿਅਕਤੀ ਨੂੰ ਕੱਢ ਵੀ ਦਿੱਤਾ ਗਿਆ ਕਾਂਗਰਸ ਤੋਂ। ਹੁਣ ਇਹ ਗੱਲਾਂ ਅੱਗੇ ਕਿਸ ਤਰੀਕੇ ਨਾਲ ਤੁਰਨਗੀ? ਕੀ ਸੂਬੇ ਦੀ ਕਾਂਗਰਸ ਯੂਨਾਈਟਿਡ ਰਹਿ ਪਾਏਗੀ? ਇਹ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਆਉਣ ਤੋਂ ਬਾਅਦ ਇਹ ਗੱਲਾਂ ਅੱਗੇ ਜ਼ਰੂਰ ਤੁਰਨਗੀ। ਮੈਨੂੰ ਲੱਗਦਾ ਹਰੀਸ਼ ਚੌਧਰੀ ਦੀ ਕੁਰਸੀ ਖਤਰੇ 'ਚ ਪੈ ਗਈ, ਜੇ ਮੈਂ ਗਲਤ ਨਹੀਂ। ਦੂਜੀ ਗੱਲ, ਰਾਜਾ ਵੜਿੰਗ ਨੇ ਦੁਪਹਿਰੇ ਜਿਹੀ ਇਹ ਟਵੀਟ ਕਰਤਾ ਸੀਗਾ ਵੈਲਕਮ ਦਾ। ਤੀਜੀ ਗੱਲ, ਨਵਜੋਤ ਸਿੰਘ ਸਿੱਧੂ ਨੇ ਸਾਫ਼ ਲਫ਼ਜ਼ਾਂ 'ਚ ਕਹਿਤਾ ਕਿ ਉਹ ਪੰਜਾਬ 'ਚ ਹੀ ਰਹਿਣਗੇ। ਦੂਜੀ ਗੱਲ, ਉਹ ਕਿਸੇ ਵੀ ਅਹੁਦੇ ਦੇ ਮਗਰ ਨਹੀਂ ਜਾਣਗੇ। ਹੁਣ ਉਹਨੂੰ ਪਤਾ ਹੈ ਕਿ ਕਿਸੇ ਅਹੁਦੇ ਦੀ ਕੋਈ ਵੈਲਿਊ ਨਹੀਂ ਹੁੰਦੀ। ਉਹ ਸਿਰਫ ਵੱਡਾ ਅਹੁਦਾ ਹੈ ਮੁੱਖ ਮੰਤਰੀ ਵਾਲਾ, ਉਸ ਤੋਂ ਥੱਲੇ ਕੋਈ ਨਹੀਂ। ਅਹੁਦੇ ਤੋਂ ਬਿਨਾਂ ਲੜਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਤੁਹਾਡਾ ਸਿਰਫ ਆਪਣਾ ਆਪ ਹੀ ਹੁੰਦਾ, ਤੁਹਾਡਾ ਕੱਦ ਹੁੰਦਾ। ਨਵਜੋਤ ਸਿੰਘ ਸਿੱਧੂ ਲਈ ਬਹੁਤ ਵੱਡੇ ਸੰਗਠਨ ਨਾਲ ਤੁਰਨ ਵਾਲੀ ਗੱਲ ਤੋਂ ਇਲਾਵਾ ਵਿਅਕਤੀਗਤ ਜਿਹੜਾ ਰੌਲਾ ਹੈ, ਕਿਉਂਕਿ ਵਿਅਕਤੀਗਤ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਬਣਦੇ ਆ, ਵਿਅਕਤੀਗਤ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਬਣਦੇ ਆ। ਇਹ ਸਾਰੀਆਂ ਜਿੱਤਾਂ ਵਿਅਕਤੀਗਤ ਹੁੰਦੀਆਂ। ਭਗਵੰਤ ਮਾਨ ਵੀ ਇਕੱਲੇ ਇਕਲੋਤਰੇ ਹੀ ਰਹੇ ਆ, ਬਾਕੀ ਚੀਜ਼ਾਂ ਕਿਤੇ ਨਹੀਂ ਖੜੀਆਂ ਹੁੰਦੀਆਂ। ਸੋ ਇਹ ਜਿਹੜਾ ਪਰਸਨੈਲਿਟੀ ਕਲਟ ਆ ਉਹ ਉਹਨੂੰ ਅੱਗੇ ਕੈਰੀ ਕਰ ਰਿਹਾ ਔਰ ਕਰਦੇ ਰਹਿਣਗੇ। ਔਰ ਇਹਦੇ ਵਿੱਚ ਬੜੀ ਕਲੀਅਰ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਇੱਕ ਖੌਫ, ਇੱਕ ਭੈ ਤਾਂ ਚੱਲਦਾ ਰਹੂਗਾ। ਹੁਣ ਇੰਦਰਪ੍ਰੀਤ ਜੀ, ਆਪਾਂ ਚੱਲਦੇ ਆ ਕੱਲ ਵਾਲੀ ਜਿਹੜੀ ਤਰਨ ਚੁੱਗ, ਬੀਜੇਪੀ ਦੇ ਪੰਜਾਬ 'ਚੋਂ ਵੱਡੇ ਆਗੂ ਆ, ਉਹਨਾਂ ਨੂੰ ਨੈਸ਼ਨਲ ਲੈਵਲ ਤੇ ਦੂਜੀਆਂ ਸਟੇਟਾਂ 'ਚ ਪ੍ਰਭਾਰੀ ਵਜੋਂ ਤੇ ਹੋਰ ਕਈ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਰਹੀਆਂ। ਉਹ ਭਾਜਪਾ ਦੇ ਕੌਮੀ ਦਫ਼ਤਰ ਦੇ ਵਿੱਚ ਵੀ ਰੋਲ ਵੱਡਾ ਪਲੇ ਕਰਦੇ ਰਹੇ ਆ, ਲੋ ਪ੍ਰੋਫਾਈਲ ਰਹਿੰਦੇ ਆ, ਅੰਮ੍ਰਿਤਸਰ ਨਾਲ ਜੁੜੇ ਹੋਏ ਆ। ਪਰ ਜਦੋਂ ਉਹ ਪ੍ਰਧਾਨ ਮੰਤਰੀ ਨਾਲ ਸੰਬੰਧਿਤ ਪੋਸਟਰ ਲਾਉਣ ਦੇ ਮਾਮਲੇ ਦੇ ਵਿੱਚ ਕੰਪਲੇਂਟ ਕਰਦੇ ਆ ਤੇ ਉਹਦੇ ਤੋਂ ਬਾਅਦ ਜਲੰਧਰ ਦੇ ਉਸ ਮਾਮਲੇ 'ਚ FIR ਦਰਜ ਹੁੰਦੀ ਅਣਪਛਾਤਿਆਂ ਦੇ ਖਿਲਾਫ। ਆਮ ਤੌਰ ਤੇ ਸੱਤਾਧਾਰੀਆਂ ਦੇ ਨਜ਼ਰੀਏ ਤੋਂ ਕੋਈ ਐਕਟੀਵਿਟੀ ਹੋ ਜੇ FIR ਹੁੰਦੀ ਨਹੀਂ ਹੁੰਦੀ। FIR ਕਿੱਦਾਂ ਹੋ ਗਈ? ਉਹਨਾਂ ਨੇ ਗਵਰਨਰ ਨੂੰ ਵੀ ਕੰਪਲੇਂਟ ਕੀਤੀ ਸੀ। ਤੁਹਾਨੂੰ ਲੱਗਦਾ ਕਿਤੇ ਰੌਲੇ ਵੱਡੇ ਨੇ? ਉੱਪਰਲੀ ਤੇ ਥੱਲੇ ਦੀ ਸੱਤਾ 'ਚੋਂ ਉੱਪਰਲੀ ਸੱਤਾ ਦਾ ਦਬਦਬਾ ਕੋਈ ਘੱਟ ਨਹੀਂ। ਬਿਲਕੁਲ ਘੱਟ ਨਹੀਂ ਹੈ ਜੀ। ਉਹ ਪਾਰਟੀ ਦੇ ਜਨਰਲ ਸੈਕਟਰੀ ਹੈ, ਮਤਲਬ ਕੌਮੀ ਜਨਰਲ ਸੈਕਟਰੀ ਨੇ, ਤੇ ਉਹਨਾਂ ਦੇ ਮੋਢਿਆਂ ਤੇ ਬਹੁਤ ਭਾਰ ਹੈ। ਜੇ ਕੋਈ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਨਰਿੰਦਰ ਮੋਦੀ, ਉਹਨਾਂ ਦੇ ਬਾਰੇ ਕੋਈ ਇਸ ਤਰ੍ਹਾਂ ਦੇ ਪੋਸਟਰ ਲਗਾਊਗਾ, ਉਹ ਵੀ ਉਹ ਪੋਸਟਰ ਜਿਨ੍ਹਾਂ 'ਚ ਮੁਦਰਕ ਤੇ ਪ੍ਰਕਾਸ਼ਕ ਦਾ ਕੋਈ ਥੱਲੇ ਜ਼ਿਕਰ ਨਹੀਂ ਹੈ, ਤਾਂ ਇਸ ਨੂੰ ਲੈ ਕੇ ਪਾਰਟੀ ਦੇ ਵਿੱਚ
ਖਲਬਲੀ ਤਾਂ ਮਚੇਗੀ ਹੋਈ। ਔਰ ਜਿਹੜਾ ਕੱਲ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਉਹ ਕੀਤੀ ਵੀ ਇਹੀ ਹੈ, ਜਿਹੜੀ ਗਵਰਨਰ ਨੂੰ ਵੀ ਕੀਤੀ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਕੀਤੀ ਹੈ, ਦੋਨਾਂ ਨੂੰ ਕੀਤੀ। ਉਹਨਾਂ ਨੇ ਕਿਹਾ ਵੀ ਇੱਕ ਤਾਂ ਇਹਦੇ ਵਿੱਚ ਇਹ ਕੋਈ ਛਾਪਕ ਦਾ ਜਿਹੜਾ ਕਿ ਬਹੁਤ ਜ਼ਰੂਰੀ ਹੁੰਦਾ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਉਹ ਕਹਿ ਰਿਹਾ ਵੀ ਸਾਰੀਆਂ ਫੋਟੋਆਂ ਤਾਂ ਅਖਬਾਰਾਂ 'ਚ ਨਸ਼ਰ ਹੋਈਆਂ ਪਈਆਂ ਨੇ ਕਿ ਪੋਸਟਰ ਕੌਣ ਚਿਪਕਾ ਰਿਹਾ ਹੈ, ਤੇ ਫਿਰ ਅਨਨੋਨ ਦੇ ਉੱਤੇ ਪਰਚਾ ਕੀਤਾ ਜਾ ਰਿਹਾ ਹੈ। ਇਹ ਇੱਕ ਵੱਡਾ ਇਸ਼ੂ ਦੇਖੋ, ਪਾਰਟੀ ਇਹਨੂੰ ਬਣਾਏਗੀ। ਕੱਲ ਇਹਨਾਂ ਦੇ ਜਿਹੜੇ ਗਜਿੰਦਰ ਸਿੰਘ ਸ਼ੇਖਾਵਤ ਵੀ ਇੱਥੇ ਆਏ ਹੋਏ ਸੀਗੇ, ਉਹਨਾਂ ਨੇ ਵੀ ਇਹ ਗੱਲ ਕੀਤੀ ਸੀਗੀ ਕਿ ਪਾਰਟੀ ਇਹਨਾਂ ਚੀਜ਼ਾਂ ਨੂੰ ਉਭਾਰੇਗੀ। ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ 'ਚ ਪ੍ਰੈਜ਼ੈਂਟ ਸਰਕਾਰ ਫੇਲ ਹੋਈ ਹੈ। ਇੱਥੇ ਤਾਂ ਉਹ ਕਹਿ ਰਿਹਾ ਕਿ ਯਾਰ ਇੱਕ ਕੈਬਨਿਟ ਮਿਨਿਸਟਰ ਪੋਸਟਰ ਛਾਪੀ ਜਾ ਰਿਹਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ। ਸੋ ਜਿਹੜੀਆਂ ਇਹ ਚੀਜ਼ਾਂ ਮਤਲਬ ਉਹ ਲੈ ਕੇ ਆ ਰਹੀ ਹੈ, ਇੱਥੇ ਪਾਰਟੀ ਲਈ ਇੱਕ ਵੱਡੀ ਚੁਣੌਤੀ ਹੈ ਕਿ ਜਲੰਧਰ ਦੇ ਵਿੱਚ ਜਿੱਥੇ ਪਾਰਟੀ ਦਾ ਚੰਗਾ ਆਧਾਰ ਹੈ, ਕਿ ਉੱਥੇ ਪਾਰਟੀ ਸੈਕਿੰਡ ਨੰਬਰ ਤੇ ਆਉਣ ਦੀ ਪੋਜੀਸ਼ਨ ਤੇ ਹੈ। ਜਿੱਤਣ ਵਾਲੀ ਪੋਜੀਸ਼ਨ ਤਾਂ ਮੈਨੂੰ ਲੱਗਦਾ ਹਜੇ ਪਾਰਟੀ ਨੂੰ ਵੀ ਇਹ ਉਹ ਹੈ ਨਹੀਂਗਾ ਯਕੀਨ ਜਾਂ ਕਿ ਅਸੀਂ ਜਿੱਤ ਜਾਾਂਗੇ, ਲੇਕਿਨ ਉਹਨਾਂ ਦਾ ਇਹ ਹੈ ਵੀ ਜੇ ਅਸੀਂ ਸੈਕਿੰਡ ਵਾਲੀ ਪੋਜੀਸ਼ਨ ਤੇ ਆ ਜਾਈਏ ਤਾਂ ਅਸੀਂ ਇੱਕ ਮੈਸੇਜ ਪੂਰੇ ਪੰਜਾਬ 'ਚ ਦੇ ਸਕਦੇ ਹਾਂ ਕਿ ਆਮ ਆਦਮੀ ਤੋਂ ਪਾਰਟੀ ਤੋਂ ਜਿਹੜੇ ਬੰਦੇ ਦੁਖੀ ਹੋ ਚੁੱਕੇ ਹੈ ਉਹਨਾਂ ਲਈ ਅਲਟਰਨੇਟਿਵ ਅਸੀਂ ਬਣਾਂਗੇ। ਸੋ ਇਹ ਬਹੁਤ ਵੱਡੇ ਇੱਕ ਕੈਨਵਸ ਦੇ ਵਿੱਚ ਤਸਵੀਰ ਨੂੰ ਦੇਖੋ, ਜਿਹੜੀ ਸ਼ਿਕਾਇਤ ਕੀਤੀ ਹੈ ਕਿ ਕੋਈ ਸਧਾਰਨ ਸ਼ਿਕਾਇਤ ਨਹੀਂ ਹੈ, ਇੱਕ ਵੱਡੇ ਕੈਨਵਸ ਤੇ ਦੇਖਣ ਦੀ ਲੋੜ ਹੈ ਇਹਨੂੰ। ਭਾਸਕਰ ਸਾਹਿਬ, ਇਹ ਮਾਮਲਾ ਕਿਉਂਕਿ ਜਲੰਧਰ ਦਾ ਹੈ, ਜਲੰਧਰ ਦੇ ਵਿੱਚ ਚੋਣ ਜ਼ਾਬਤਾ ਲੱਗਿਆ, ਪੰਜਾਬ ਸਰਕਾਰ ਦਾ ਹੁਣ ਉੱਥੇ ਦਖਲ ਉਹਨਾਂ ਨਹੀਂ ਹੋਊਗਾ। ਦਖਲ ਤੇ ਕਦੇ ਮੁੱਕਦੇ ਨਹੀਂ, ਸਰਕਾਰਾਂ ਦੇ ਅਫਸਰ ਤਾਂ ਆਪ ਹੀ ਲਾਏ ਹੁੰਦੇ ਆ, ਉਹਨਾਂ ਅਫਸਰਾਂ ਨੇ ਕੱਲ ਨੂੰ ਵੀ ਸਰਕਾਰ ਨਾਲ ਹੀ ਚੱਲਣਾ ਮਹੀਨੇ ਬਾਅਦ। ਪਰਦੇ ਪਿੱਛੇ ਤਾਂ ਉਹ ਸਭ ਚੱਲਦਾ ਹੀ ਹੈ, ਪਰ ਅਧਿਕਾਰਤ ਤੌਰ ਤੇ ਚੋਣ ਕਮਿਸ਼ਨ ਦੀ ਨਿਗਰਾਨੀ ਥੱਲੇ ਹੁੰਦਾ ਉਹ ਹਲਕਾ ਜਿੱਥੇ ਚੋਣ ਜ਼ਾਬਤਾ ਹੋਵੇ, ਔਰ ਸ਼ਾਇਦ FIR ਵੀ ਦਰਜ ਇਸੇ ਕਰਕੇ ਹੋਈ। ਇਹਦਾ ਮਤਲਬ ਉੱਪਰਲੇ ਪ੍ਰੈਸ਼ਰ ਨੇ ਕੰਮ ਕੀਤਾ, ਪਰ ਥੱਲੇ ਦਾ ਪ੍ਰੈਸ਼ਰ ਜਿਹੜਾ ਬਾਅਦ ਵਾਲਾ ਵਾ ਉਹਨੇ ਨਾ ਨਹੀਂ ਦਰਜ ਹੋਣ ਦਿੱਤੇ। ਇਹਦਾ ਮਤਲਬ ਕੀ ਕੱਢੀਏ? ਦੇਖੋ, ਜਿਸ ਤਰੀਕੇ ਨਾਲ ਇਹ ਕੰਪਲੇਂਟ ਹੋਈ ਸੀ ਔਰ ਤਰੁਣ ਚੁੱਗ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਤੇ ਗਵਰਨਰ ਸਾਹਿਬ ਨੂੰ ਵੀ ਇਹ ਕੰਪਲੇਂਟ ਕੀਤੀ ਸੀ, ਉਸ ਤੋਂ ਬਾਅਦ ਕੇਸ ਦਰਜ ਹੋ ਜਾਂਦਾ ਹੈ। ਕੇਸ ਦਰਜ ਹੋਣ ਤੋਂ ਬਾਅਦ ਭਾਵੇਂ ਇਸ ਕੰਪਲੇਂਟ ਦੇ ਵਿੱਚ ਸਿੱਧੇ ਤੌਰ ਤੇ ਹਰਭਜਨ ਸਿੰਘ ETO ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਆ ਉਹਨਾਂ ਦਾ ਨਾਂ ਤੱਕ ਲਿਖਿਆ ਜਾਂਦਾ, ਪਰ ਉਹਨਾਂ ਦਾ ਨਾਂ ਉਸ FIR ਦੇ ਵਿੱਚ ਦਰਜ ਨਹੀਂ ਹੁੰਦਾ। ਇਹ ਗੱਲ ਸਾਰੀ ਸੱਤਾ ਦੀ ਹੈਗੀ ਹੈ। ਦਿੱਲੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਏਦਾਂ ਦੇ ਹੀ ਪੋਸਟਰ ਲੱਗੇ ਸੀਗੇ, ਔਰ ਉਹਦੇ ਵਿੱਚ ਵੀ ਕੋਈ ਪੋਸਟਰ ਦੇ ਵਿੱਚ ਕਿੰਨੇ ਛਪਵਾਏ ਕਿ ਕਿੱਦਾਂ ਛਪੇ ਨਹੀਂ ਲਿਖਿਆ ਸੀ, ਪਰ 138 FIR ਦਰਜ ਹੋ ਗਈ ਸੀ ਔਰ ਉਹਦੇ ਵਿੱਚ ਬਹੁਤ ਸਾਰੀ ਅਰੈਸਟ ਵੀ ਹੋਈ ਸੀ। ਪਰ ਇੱਥੇ ਜਿਹੜੇ ਹਰਭਜਨ ਸਿੰਘ ETO ਕਹਿੰਦੇ ਨੇ ਕਿ ਕਰੋ ਮੈਨੂੰ ਗ੍ਰਿਫਤਾਰ, ਮੈਂ ਪੋਸਟਰ ਲਾ ਰਿਹਾ, ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪਰ ਇਲੈਕਸ਼ਨ ਕਮਿਸ਼ਨ ਦੇ ਤੁਸੀਂ ਬਿਲਕੁਲ ਠੀਕ ਕਿਹਾ ਅਧੀਨ ਹੈਗਾ ਅੱਜ ਦੀ ਡੇਟ 'ਚ ਕੰਮ। ਇਹ ਫਾਰਮੈਲਿਟੀ ਕੀਤੀ ਤੇ ਗਈ ਹੈ, ਪਰ ਜੇ ਤਰੁਣ ਚੁੱਗ ਉਹਨਾਂ ਕਹਿਣ ਕਿ ਵੀ ਉਹਨਾਂ ਦੀ ਕੰਪਲੇਂਟ ਦੇ ਉੱਤੇ ਐਕਸ਼ਨ ਹੋ ਗਿਆ ਔਰ ਸੈਟੀਸਫਾਈਡ ਨੇ, ਉਹ ਸ਼ਾਇਦ ਹਜੇ ਨਹੀਂ ਕਹਿਣਗੇ। ਇਸ ਮੁੱਦੇ ਨੂੰ ਅੱਗੇ ਚੱਲ ਕੇ ਵੱਡਾ ਬਣਾਉਣਗੇ, ਔਰ ਇਸ ਮੁੱਦੇ ਨੂੰ ਵੱਡਾ ਬਣਾਉਣ ਦੇ ਵਿੱਚ BJP ਨੂੰ ਕਿੰਨਾ ਫਾਇਦਾ ਕਿੰਨਾ ਨੁਕਸਾਨ, ਇਹਨੂੰ ਜ਼ਰੂਰ ਆਂਕਿਆ ਜਾਏਗਾ ਮੁੱਦੇ ਦੇ ਉੱਤੇ ਅੱਗੇ ਚੱਲਣ ਦੇ ਉੱਤੇ। ਇੰਦਰਪ੍ਰੀਤ ਜੀ, ਦੋ ਮਾਮਲੇ ਇਕੱਠੇ ਟੱਚ ਕਰਨੇ ਆ, ਉਸ ਤੋਂ ਬਾਅਦ ਭਾਸਕਰ ਸਾਹਿਬ ਤੋਂ ਆਖਰੀ ਲਵਾਂਗੇ। ਇੱਕ ਤਾਂ ਅੰਮ੍ਰਿਤਸਰ ਦੇ BRTS ਦਾ ਇਹ ਇੱਕ ਬੱਸ ਸਿਸਟਮ ਹੈ ਜਿਹਦੇ ਵਿੱਚ ਲੋਕਲ ਲੈਵਲ ਦੇ ਉੱਤੇ ਇੱਕ ਵੱਖਰਾ ਹੀ ਪੈਸੇਜ ਬਣਿਆ ਹੋਇਆ, ਰਸਤਾ ਬਣਾਇਆ। ਇੱਥੇ ਕੋਈ 550 ਕਰੋੜ ਸੁਖਬੀਰ ਬਾਦਲ ਨੇ ਲਾਇਆ ਸੀ, ਉਹ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ। ਚਲੋ ਆਪਾਂ ਇਹਨੂੰ ਸੈਕੰਡਰੀ ਰੱਖ ਲੈਂਦੇ। ਉਸ ਤੋਂ ਪਹਿਲਾਂ ਕੱਲ ਮੁੱਖ ਮੰਤਰੀ ਟੋਲ ਪਲਾਜ਼ਾ ਬੰਦ ਕਰਾਉਣ ਗਏ, ਇੱਕ ਨਵਾਂ ਸ਼ਗੂਫਾ ਛੱਡ ਆਉਂਦੇ ਆ ਕਿ ਅਸੀਂ ਕੋਰਟ 'ਚ ਜਾਵਾਂਗੇ, ਰੂਰਲ ਡਿਵੈਲਪਮੈਂਟ ਫੰਡ ਸਾਡਾ 3000 ਕਰੋੜ ਦਾ ਫਸਿਆ, ਜਿਹੜਾ ਕੇਂਦਰ ਨੇ ਸਾਨੂੰ ਦੇਣਾ ਸੀ ਦਿੰਦੇ ਨਹੀਂ, ਹੁਣ ਅਸੀਂ ਨਿਆਂਪਾਲਿਕਾ ਦੇ ਰਾਹੀਂ ਲਵਾਂਗੇ। ਇਹਨੂੰ ਪਹਿਲਾਂ ਟੱਚ ਕਰਿਓ। ਸਰਕਾਰਾਂ ਨੂੰ ਇੰਜ ਹਾਸਲ ਹੋ ਜਾਂਦੀਆਂ ਚੀਜ਼ਾਂ, ਫਿਰ ਤਾਂ ਉਹ ਵੀ ਕੇਸ ਪਾਉਣਾ ਚਾਹੀਦਾ ਕਿ ਜਿਹੜਾ ਪਹਿਲਾਂ 10 ਤੋਂ 20,000 ਕਰੋੜ ਦਾ ਕਰਜ਼ਾ ਸੀ ਉਹ ਖਾੜਕੂਵਾਦ ਵੇਲੇ ਦਾ ਹੈ, ਉਹਨਾਂ ਸੁਰੱਖਿਆ ਫੋਰਸਸ ਦਾ ਹੈ, ਜਿਹੜਾ ਇੰਦਰ ਕੁਮਾਰ ਗੁਜਰਾਲ ਥੋੜਾ ਬਹੁਤਾ ਉਹਦਾ ਵਿਆਜ ਆ ਕੇ ਮਾਫ ਕਰਦੇ ਨੇ। ਫਿਰ ਤਾਂ ਉਹ ਵੀ ਲੜਾਈ ਲੜਨੀ ਚਾਹੀਦੀ ਜੇ ਅਦਾਲਤਾਂ ਹੀ ਕੇਂਦਰ ਸਟੇਟ ਸੰਬੰਧਾਂ ਨੂੰ ਨਿਰਧਾਰਿਤ ਕਰ ਸਕਣ ਦੇ ਸਮਰੱਥ ਹੋਣ ਇਹਨਾਂ ਪੈਸਿਆਂ ਦੇ ਮਾਮਲਿਆਂ ਨੂੰ। ਸੋ ਇਹ ਚੀਜ਼ ਨੂੰ ਪਹਿਲਾਂ ਐਡਰੈਸ ਕਰ ਦਿਓ। ਦੋ ਚੀਜ਼ਾਂ ਤੁਸੀਂ ਅਲੱਗ-ਅਲੱਗ ਪੁੱਛੀਆਂ ਸਰ। ਇਹਦੇ 'ਚ ਜਿਹੜਾ ਤਾਂ ਇਹ RDF ਦਾ ਮਾਮਲਾ ਹੈ, ਦੇਖੋ RDF ਦੇ ਮਾਮਲੇ ਦੇ ਵਿੱਚ ਮਤਲਬ ਮੁੱਖ ਮੰਤਰੀ ਤੋਂ ਲੈ ਕੇ ਜਿਹੜੇ ਫੂਡ ਐਂਡ ਸਪਲਾਈ ਮਿਨਿਸਟਰ ਨੇ ਸਾਰੇ ਜਗ੍ਹਾ ਤੇ ਕਿਤੇ ਜਾ ਆਏ। ਇਹੀ ਹੁੰਦਾ ਵੀ ਜਦੋਂ ਸੈਂਟਰ ਗਵਰਨਮੈਂਟ ਨਹੀਂ ਦੇ ਰਹੀ ਹੁੰਦੀ ਤਾਂ ਤੁਸੀਂ ਉਹਨਾਂ ਕੋਲੇ ਜਾ ਕੇ ਗੱਲਬਾਤ ਕਰਦੇ ਹੋ। ਪ੍ਰਧਾਨ ਮੰਤਰੀ ਤੱਕ ਵੀ ਤੁਸੀਂ ਇਹ ਕਹਿਤੀ ਹੈ ਗੱਲ ਕਿ ਇਹਨੂੰ ਹੱਲ ਕਰਾਓ। ਜਦੋਂ ਗ੍ਰਹਿ ਮੰਤਰੀ ਨੂੰ ਮਿਲੇ ਸੀ ਪਿੱਛੇ ਜੇ, ਉਦੋਂ ਵੀ ਇਹ ਇਸ਼ੂ ਉਹਨਾਂ ਨੇ ਉਭਾਰਿਆ ਸੀ ਕਿ ਜਿਹੜਾ ਸਾਡਾ ਇਹ ਪੈਸਾ ਹੈ ਇਹ ਸਾਨੂੰ ਦੋ, ਸਾਡੇ ਲਈ ਬਹੁਤ ਜ਼ਰੂਰੀ ਹੈ, ਪਰ ਹਜੇ ਤੱਕ ਨਹੀਂ ਦਿੱਤਾ ਜਾ ਰਿਹਾ। ਕਿਉਂਕਿ ਭਗਵੰਤ ਮਾਨ
ਪਿਛਲੇ ਬੈਗੇਜ ਨਹੀਂ ਲੈ ਕੇ ਆਏ ਹੋਏ, ਇਹ ਪਿਛਲੀਆਂ ਸਰਕਾਰਾਂ ਦੇ ਉੱਤੇ ਪਾਇਆ। ਕੱਲ ਉਹਨਾਂ ਨੇ ਜਿਹੜਾ ਇੱਕ ਪੁਆਇੰਟ ਕਿਹਾ, ਉਹਨਾਂ ਨੇ ਇਹ ਕਿਹਾ ਕਿ ਇਹਨੂੰ ਲੈ ਕੇ ਉਹ ਕੋਰਟ 'ਚ ਜਾਣਗੇ। ਦੇਖੋ ਜਿਹੜਾ RDF ਹੈ ਇਹ ਸਟੇਟ ਦਾ ਸਟੈਚੂਰੀ ਫੰਡ ਹੈ। ਗਵਰਨਮੈਂਟ ਆਫ ਇੰਡੀਆ ਨੂੰ ਇਹ ਪੁੱਛਣ ਦਾ ਕੋਈ ਰਾਈਟ ਨਹੀਂ ਹੈ ਕਿ ਤੁਸੀਂ ਇਹਨੂੰ ਖਰਚ ਕਿੱਥੇ ਕਰ ਰਹੇ ਹੋ, ਇਹ ਰਾਈਟ ਨਹੀਂ ਹੈ। ਉਹ ਜਿੱਥੇ ਮਰਜ਼ੀ ਖਰਚ ਕਰ ਸਕਦੇ ਆ, ਪਰ ਉਹ ਹੋਣਾ ਚਾਹੀਦਾ ਹੈ ਉਹ ਵੀ ਜਿੱਥੇ ਖਰਚ ਕਰ ਰਿਹਾ ਵੀ ਉਹ ਕਾਨੂੰਨੀ ਦਾਇਰੇ 'ਚ ਹੈਗਾ। ਜਿਹੜਾ ਇੱਥੇ ਵੀ ਖਰਚ ਕੀਤਾ ਜਾ ਰਿਹਾ ਸੀਗਾ ਉਹ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਵੀ ਅਸੀਂ ਇਹਨੂੰ ਕਿਸਾਨਾਂ ਦੀ ਤੇ ਜਿਹੜੀ ਲੇਬਰ ਕਲਾਸ ਹੈ ਇਹਦੇ ਕਰਜ਼ੇ ਮਾਫ ਕਰਨ ਲਈ ਯੂਜ਼ ਕਰ ਸਕਦੇ ਆ। ਉਹਨਾਂ ਨੇ RDF ਦਾ ਇੱਕ ਬਿੱਲ, ਸੰਸ਼ੋਧਨ ਬਿੱਲ ਲਿਆ ਕੇ ਇਹਦੇ ਵਿੱਚ 1% ਵਧਾਇਆ ਸੀਗਾ RDF, ਔਰ ਇਹ ਕਲੌਜ਼ ਲਗਾਈ ਸੀ ਕਿ ਇਹਨੂੰ ਜਿਹੜੇ ਪੀੜਿਤ ਕਿਸਾਨ ਨੇ ਉਹਨਾਂ ਦੀ ਕਰਜ਼ ਮਾਫੀ ਲਈ ਯੂਜ਼ ਕੀਤਾ ਜਾ ਸਕਦਾ ਹੈ। ਯਾਨੀ ਕਿ ਬਿੱਲ ਪਾਸ ਹੋ ਕੇ ਕਾਨੂੰਨ ਬਣ ਗਿਆ। ਹੁਣ ਉਹ ਸਟੈਚੂਰੀ ਫੰਡ ਹੈ, ਸਟੇਟ ਲਗਾ ਸਕਦੀ ਆ ਉਹ, ਤੇ ਉਹ ਸੈਂਟਰ ਗਵਰਨਮੈਂਟ ਨੂੰ ਦੇਣਾ ਹੀ ਪਊਗਾ। ਅੱਜ ਦੇਖੋ ਕੇਸ ਉਹਨਾਂ ਦਾ ਬਹੁਤ ਸਾਊਂਡ ਹੈ, ਜਿਹੜਾ ਮਤਲਬ ਠੀਕ ਹੈ ਕਿ ਗਵਰਨਮੈਂਟ ਆਫ ਇੰਡੀਆ ਆਰਮ ਟਵਿਸਟਿੰਗ ਕਰ ਰਹੀ ਹੈ, ਕਿਉਂਕਿ ਗਵਰਨਮੈਂਟ ਆਫ ਇੰਡੀਆ ਕੋਲ ਕੱਲਾ RDF ਨਹੀਂ ਹੈ, ਹੋਰ ਬਹੁਤ ਸਾਰੇ ਫੰਡ ਨੇ ਜਿਹੜੇ ਮਤਲਬ ਉਹ ਮਤਲਬ ਹੱਥ ਅਗਰ ਘੁੱਟ ਲੇ ਤਾਂ ਸਾਨੂੰ ਬਹੁਤ ਜਗ੍ਹਾ ਤੇ ਨੁਕਸਾਨ ਵੀ ਹੋ ਸਕਦਾ ਹੈ। ਪਰ ਇਹ ਵੀ ਕੋਈ ਛੋਟਾ ਫੰਡ ਨਹੀਂ ਹੈ। ਦੇਖੋ ਜੇ ਅੱਜ ਇਹ ਫੰਡ ਬੰਦ ਹੋ ਜਾਂਦਾ ਰੰਧਾਵਾ ਸਾਹਿਬ, ਅਸੀਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਨੂੰ ਰਿਪੇਅਰ ਵੀ ਨਹੀਂ ਕਰ ਸਕਦੇ। ਸਾਨੂੰ ਹਰ ਸਾਲ 1500 ਕਰੋੜ ਰੁਪਇਆ ਚਾਹੀਦਾ ਸਿਰਫ ਔਰ ਸਿਰਫ ਪੈਚ ਵਰਕ ਕਰਨ ਵਾਸਤੇ, ਸਿਰਫ ਪੈਚ ਵਰਕ, ਅਗਰ ਹੋਰ ਕੁਝ ਨਹੀਂ ਕਰਨਾ, ਨਵੀਆਂ ਨਹੀਂ ਬਣਾਉਣੀਆਂ, ਸਿਰਫ ਜਿਹੜੇ ਛੋਟੀਆਂ ਛੋਟੇ ਟੋਏ ਪਏ ਨੇ ਉਹਨਾਂ ਨੂੰ ਭਰਨ ਵਾਸਤੇ ਸਾਨੂੰ 1500 ਕਰੋੜ ਰੁਪਇਆ ਚਾਹੀਦਾ ਹੈ। ਜੇ ਸਾਨੂੰ ਇਹ ਪੈਸਾ ਨਹੀਂ ਮਿਲੂਗਾ ਤਾਂ ਸਾਡਾ ਰੂਰਲ ਸਿਸਟਮ ਜਿਹੜਾ ਹੈਗਾ ਉਹ ਸਾਰਾ ਬਰਬਾਦ ਹੋ ਜਾਏਗਾ। ਕਿਵੇਂ ਸਾਡੀਆਂ ਲਿੰਕ ਰੋਡਸ ਜਿਹੜੀਆਂ ਮੰਡੀਆਂ ਨਾਲ ਜੁੜੀਆਂ ਹੋਈਆਂ ਨੇ ਉਹ ਸਾਰੀਆਂ ਖਰਾਬ ਹੋ ਜਾਣਗੀਆਂ। ਤਾਂ ਸੋ ਇਹ ਗਵਰਨਮੈਂਟ ਆਫ ਇੰਡੀਆ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਆਪਣਾ ਪਾਣੀ ਔਰ ਹਵਾ, ਸਾਰੀ ਜ਼ਮੀਨ ਖਰਾਬ ਕਰਕੇ ਜਿਹੜੀ ਫੂਡ ਸਿਕਿਉਰਿਟੀ ਨੂੰ ਬਚਾ ਕੇ ਰੱਖਦਾ ਹੈ, ਉਹਦੇ ਲਈ ਸਾਨੂੰ 3000 ਕਰੋੜ ਰੁਪਇਆ ਦੇਣਾ ਕੋਈ ਜ਼ਿਆਦਾ ਨਹੀਂ ਹੈ, ਉਹ ਦਿੱਤਾ ਹੀ ਜਾਣਾ ਚਾਹੀਦਾ ਹੈ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਚੀਫ ਮਿਨਿਸਟਰ ਨੇ ਜਿਹੜੀ ਗੱਲ ਕਹੀ ਹੈ ਨਾ ਕਿ ਜੀ ਇਹ ਮਤਲਬ ਅਸੀਂ ਸੋਚਿਆ ਜਾ ਸਕਦਾ ਹੈ, ਸੋਚਣ ਦਾ ਮੌਕਾ ਹੁਣ ਰਿਹਾ ਨਹੀਂ ਹੈ, ਹੁਣ ਤਾਂ ਜਾਣਾ ਪੈਣਾ ਹੈ। ਅਦਰਵਾਈਜ਼ ਇਹ ਅੱਜ ਦੇਖੋ ਉੱਥੇ ਇਹ ਆਰਮ ਟਵਿਸਟਿੰਗ ਹੋਈ ਹੈ, ਕੱਲ ਨੂੰ ਕਿਸੇ ਹੋਰ ਤੇ ਵੀ ਹੋਊਗੀ। ਜੇ ਅਸੀਂ ਆਪਣੇ ਏਦਾਂ ਅਧਿਕਾਰ ਛੱਡੀ ਜਾਵਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਤਾਂ ਸਾਡੀ ਹਾਲਤ ਜਿਹੜੀ ਹੈ ਬਿਲਕੁਲ ਨਗਰ ਪਾਲਿਕਾ ਵਰਗੀ ਹੋ ਜਾਊਗੀ, ਜਿਹੜੀਆਂ ਸਟੇਟ ਗਵਰਨਮੈਂਟ ਦੀ ਇਮਦਾਦ ਤੇ ਚੱਲਦੀਆਂ ਨੇ। ਇੱਥੇ ਜਿਹੜਾ ਨਵਜੋਤ ਸਿੱਧੂ ਵੀ ਰੋਲਾ ਬਾਰ-ਬਾਰ ਪਾ ਰਿਹਾ ਹੈ, ਉਹ ਇਹੀ ਪਾ ਰਿਹਾ ਕਿ ਸੱਤਾ ਦਾ ਵਿਕੇਂਦਰੀਕਰਨ ਹੋਵੇ ਸ਼ਕਤੀਆਂ ਦਾ। ਤਾਂ ਜਿਹੜੀਆਂ ਸਾਡੇ ਕੋਲ ਹੈਗੀਆਂ ਨੇ, ਜਿਹੜੇ ਸਾਡੇ ਰਾਈਟਸ ਨੇ, ਉਹ ਵੀ ਅਗਰ ਕੇਂਦਰ ਸਾਡੇ ਇਦਾਂ ਲਈ ਜਾਊਗਾ ਤਾਂ ਮੈਨੂੰ ਲੱਗਦਾ ਕਿ ਇਹ ਠੀਕ ਨਹੀਂ ਹੈ। ਤੁਹਾਡੀ ਗੱਲ 'ਚ ਬਹੁਤ ਦਮ ਹੈ ਕਿ ਸੱਤਾ ਦਾ ਵਿਕੇਂਦਰੀਕਰਨ ਹੋਣਾ ਚਾਹੀਦਾ, ਤਾਕਤਾਂ ਜਿਹੜੀਆਂ ਨੇ ਉਹ ਵੰਡੀਆਂ ਜਾਣੀਆਂ ਚਾਹੀਦੀਆਂ ਨੇ, ਔਰ ਸਾਡਾ ਜਿਹੜਾ ਫੈਡਰਲ ਸਿਸਟਮ ਹੈ ਇਹਦੀ ਪੈਰਵਾਈ ਕਰਦਾ ਹੈ। ਇਹਦੇ ਵਿੱਚ ਕੇਂਦਰ ਔਰ ਸਟੇਟ ਦੇ ਆਪਣੇ ਆਪਣੇ ਅਧਿਕਾਰ ਖੇਤਰ ਨੇ, ਔਰ ਬੜਾ ਕਲੀਅਰ ਸੰਵਿਧਾਨ 'ਚ ਵੀ ਲਿਖਿਆ ਹੋਇਆ ਕਿ ਤੁਸੀਂ ਕਿੰਨਾ ਖੇਤਰਾਂ ਦੇ ਵਿੱਚ ਪੂਰੀ ਤਰ੍ਹਾਂ ਆਜ਼ਾਦ ਹੋ। ਪਰ ਸਵਾਲ ਇਸ ਗੱਲ ਦਾ ਹੈ ਕਿ ਜਿਹੜੀਆਂ ਸਟੇਟਾਂ ਨੇ, ਦੇਖੋ ਮਾਮਲਾ ਲੋਕਾਂ ਦੇ ਹੱਕਾਂ ਦਾ ਵੀ ਹੈ ਨਾ, ਇੱਥੇ ਕੇਂਦਰੀਕਰਨ ਕਿੰਨਾ ਹੋ ਜਾਂਦਾ। ਇੱਕ ਮੁੱਖ ਮੰਤਰੀ 20 ਪੋਰਟਫੋਲੀਓ ਲੈ ਕੇ ਬੈਠਾ ਰਹਿੰਦਾ। ਨਵਜੋਤ ਸਿੰਘ ਸਿੱਧੂ ਵੀ ਇੱਕ ਬੰਦੇ ਦੇ ਆਲੇ ਦੁਆਲੇ ਘਮਾਉਣਾ ਚਾਹੁੰਦਾ ਸਾਰਾ ਕੁਝ, ਉੱਥੇ ਵੀ ਤਾਂ ਸੱਤਾ ਜੇਬ 'ਚ ਹੀ ਹੈ ਨਾ। ਮੈਂ ਲਾਉਂਗਾ, ਮੇਰੀ ਮਰਜ਼ੀ, ਮੈਂ ਕਿਹਨੂੰ ਲਾਵਾਂ। ਮਤਲਬ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਵੱਧ ਗਏ, ਪਰਿਵਾਰਵਾਦ ਦੇ ਵਿੱਚ ਇੱਕ ਪਰਸਨੈਲਿਟੀ ਕਲਟ ਹੋ ਗਏ। ਅਸੀਂ ਸਾਰਾ ਸੱਤਾ ਦਾ ਕੇਂਦਰੀਕਰਨ ਕਰ ਰਹੇ ਹਾਂ। ਮੇਰੇ ਸਮੇਤ, ਤੁਹਾਡੇ ਸਮੇਤ ਆਪਾਂ ਕੇਂਦਰੀਕਰਨ ਵੱਲ ਰੁਚਿਤ ਹਾਂ, ਸਿੱਧਤ ਹਾਂ, ਸਾਡੀਆਂ ਰੁਚੀਆਂ ਤਾਨਾਸ਼ਾਹੀ ਨੇ, ਲੇਕਿਨ ਅਸੀਂ ਚਾਹੁੰਦੇ ਹਾਂ ਦੂਜਿਆਂ ਕੋਲੋਂ ਵਿਕੇਂਦਰੀਕਰਨ ਸੱਤਾ ਦਾ। ਹੁਣ ਆਓ PRTS ਤੇ। ਦੇਖੋ ਰੰਧਾਵਾ ਸਾਹਿਬ, ਅੰਮ੍ਰਿਤਸਰ ਇੱਕ ਵੱਡਾ ਸਟੇਸ਼ਨ ਹੈ ਜਿੱਥੇ 1 ਲੱਖ ਦੇ ਕਰੀਬ ਲੋਕ ਰੋਜ਼ ਬਾਹਰੋਂ ਆਉਂਦੇ ਆ, ਟੂਰਿਸਟ, ਚਾਹੇ ਉਹ ਧਾਰਮਿਕ ਟੂਰਿਸਟ ਦੇ ਤੌਰ ਤੇ ਹੀ ਜ਼ਿਆਦਾ ਹੋਣ। ਬਹੁਤ ਲੰਬੇ ਸਮੇਂ ਤੋਂ ਇਹ ਸੋਚਿਆ ਜਾ ਰਿਹਾ ਸੀ ਕਿ ਉੱਥੇ ਦੇ ਟ੍ਰੈਫਿਕ ਸਿਸਟਮ ਦਾ ਬੁਰਾ ਹਾਲ ਹੋਈ ਜਾ ਰਿਹਾ। ਤਾਂ ਪੰਜਾਬ ਦੇ ਇੱਕ ਬਹੁਤ ਪੁਰਾਣੇ ਹੈਗੇ ਨੇ ਵਾਸੀ ਨੇ, ਪਰ ਹੈਗੇ ਆ ਮੱਧ ਪ੍ਰਦੇਸ਼ ਕਾਡਰ ਦੇ, ਵਿਵੇਕ ਅਗਰਵਾਲ। ਉਹਨਾਂ ਨੇ ਇੰਦੌਰ ਦੇ ਵਿੱਚ ਇਹ BRTS ਸਿਸਟਮ ਇੱਕ ਸ਼ੁਰੂ ਕੀਤਾ ਸੀ, ਜਿਹੜਾ ਉੱਥੇ ਬਹੁਤ ਕਾਮਯਾਬ ਹੋਇਆ। ਉੱਥੇ ਦੀ ਜਿਹੜੀ ਟ੍ਰੈਫਿਕ ਸਿਸਟਮ ਹੈ ਉਹਨੂੰ ਬਹੁਤ ਮੈਨੇਜ ਕਰਨ 'ਚ ਸਫਲ ਹੋ ਗਿਆ। ਇਸ ਕਰਕੇ ਸਫਾਈ ਦਾ ਉੱਥੇ ਹੁਣ ਬਹੁਤ ਪ੍ਰਬੰਧ ਹੋ ਗਿਆ। ਤੁਸੀਂ ਦੇਖੋ ਇਹ ਹਰ ਵਾਰੀ ਇੰਦੌਰ ਹੀ ਫਸਟ ਕਿਉਂ ਆਉਂਦਾ, ਉਹਦੇ ਪਿੱਛੇ ਕਾਰਨ ਨੇ ਇਸ ਤਰ੍ਹਾਂ ਦੇ। ਤੇ ਉਹੀ ਸਿਸਟਮ, ਕਿਉਂਕਿ ਉਹ ਬਾਦਲ ਸਾਹਿਬ ਦੇ ਬਹੁਤ ਕਰੀਬੀ ਰਹੇ ਨੇ, ਉਹਨਾਂ ਦਾ ਪਿੰਡ ਵੀ ਬਾਦਲ ਸਾਹਿਬ ਦੇ ਪਿੰਡ ਦੇ ਬਿਲਕੁਲ ਨਾਲ ਸੀ, ਤਾਂ ਉਹਨਾਂ ਨੇ ਸੁਖਬੀਰ ਬਾਦਲ ਹੋਰਾਂ ਨੂੰ ਇਹ ਇੱਕ ਸੁਜੈਸਟ ਕੀਤਾ ਸੀਗਾ ਕਿ ਤੁਸੀਂ ਇਹਨੂੰ
ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਵੀ ਅਡਾਪਟ ਕਰੋ। ਅੰਮ੍ਰਿਤਸਰ ਨੂੰ ਵੀ ਬਹੁਤ ਵੱਡੀ ਲੋੜ ਹੈ ਹੁਣ ਆਉਣ ਵਾਲਾ ਟਾਈਮ, ਜਿਉਂ-ਜਿਉਂ ਮਤਲਬ ਇੱਥੇ ਸੰਖਿਆ ਲੋਕਾਂ ਦੀ ਵੱਧਦੀ ਜਾ ਰਹੀ ਹੈ, ਟੂਰਿਸਟ ਆਈ ਜਾ ਰਿਹਾ, ਤੇ ਸਾਨੂੰ ਟ੍ਰੈਫਿਕ ਸਿਸਟਮ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਕੰਟਰੋਲ ਕਰਨਾ ਪਊਗਾ। ਤਾਂ ਇਹ ਸੋਚਿਆ ਗਿਆ ਸੀਗਾ ਕਿ ਦੇਖੋ ਇਹਦੇ 'ਚ ਬਹੁਤ ਖਾਮੀਆਂ ਹੋ ਸਕਦੀਆਂ, ਤੁਹਾਨੂੰ ਲੋਕਲ ਲੈਵਲ ਤੇ ਤੁਸੀਂ ਕਿਉਂਕਿ ਅੰਮ੍ਰਿਤਸਰ ਰਹਿੰਦੇ ਹੋ ਉੱਥੇ ਤੁਹਾਨੂੰ ਜ਼ਿਆਦਾ ਪਤਾ ਹੋਣਗੀਆਂ, ਪਰ ਮੈਨੂੰ ਲੱਗਦਾ ਸੀ ਵੀ ਇੱਕ ਪ੍ਰੋਜੈਕਟ ਅਗਰ ਕਨਸੀਵ ਕੀਤਾ ਗਿਆ ਤਾਂ ਉਹਦੇ 'ਚ ਗਲਤੀਆਂ ਹੋ ਸਕਦੀਆਂ, ਉਹਨੂੰ ਠੀਕ ਕੀਤਾ ਜਾ ਸਕਦਾ ਹੈ। ਪਰ ਅੱਜ ਅਸੀਂ ਇਹ ਕਹੀਏ ਕਿ ਜਿਵੇਂ ਇਹਨਾਂ ਨੇ ਕਿਹਾ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਵਿਧਾਨ ਸਭਾ ਦੇ ਵਿੱਚ, ਕਿ ਇਹਨੂੰ ਸਕ੍ਰੈਪ ਹੀ ਕਰ ਦੇਣਾ ਚਾਹੀਦਾ ਹੈ। ਦੇਖੋ ਜਨਤਾ ਦਾ 550 ਕਰੋੜ ਰੁਪਏ ਲੱਗਿਆ ਹੋਇਆ ਹੈ, ਇਹ ਕਿਸੇ ਸੁਖਬੀਰ ਬਾਦਲ ਦੀ ਜੇਬ ਚੋਂ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਚੋਂ ਨਹੀਂ ਲੱਗਿਆ ਹੋਇਆ, ਔਰ ਜਨਤਾ ਦੇ ਲਈ ਲੱਗਿਆ ਹੋਇਆ। ਤਾਂ ਅਗਰ ਉਸ ਪ੍ਰੋਜੈਕਟ ਦੇ ਵਿੱਚ ਕਿਤੇ ਜੇ ਖਾਮੀਆਂ ਨੇ, ਇੰਦਰਬੀਰ ਸਿੰਘ ਨਿੱਜਰ ਜਿਹੜੇ ਲੋਕਲ ਬੋਡੀ ਮਿਨਿਸਟਰ ਨੇ, ਉਹਨਾਂ ਨੇ ਉੱਥੇ ਬਹੁਤ ਵਧੀਆ ਗੱਲ ਇਹੀ ਕਹੀ ਹੈ ਕਿ ਜੇ ਖਾਮੀਆਂ ਨੇ ਅਸੀਂ ਉਹ ਖਾਮੀਆਂ ਨੂੰ ਦੂਰ ਕਰਾਂਗੇ। ਅੱਜ ਦੀ ਡੇਟ ਦੇ ਵਿੱਚ 37,000 ਤੋਂ ਲੈ ਕੇ 45,000 ਬੰਦਾ ਇਸ BRT ਸਿਸਟਮ ਦੇ ਵਿੱਚ ਰੋਜ਼ ਜਾਂਦਾ ਹੈ। ਉਹ ਕਹਿੰਦੇ ਵੀ ਜੇ ਅਸੀਂ ਇਹਨੂੰ ਮਾਈਨਸ ਕਰ ਦਿੰਦੇ ਹਾਂ ਤਾਂ ਅੱਜ ਹੀ ਅੰਮ੍ਰਿਤਸਰ ਦੀਆਂ ਸੜਕਾਂ ਤੇ 8,000 ਵੱਡੀਆਂ ਗੱਡੀਆਂ ਹੋਰ ਮਤਲਬ ਪਾਣੀਆਂ ਮਤਲਬ ਸੜਕਾਂ ਤੇ ਆ ਜਾਣਗੀਆਂ। ਕੀ ਸਾਡੀਆਂ ਸੜਕਾਂ ਉਸ ਲਈ ਹੈਗੀਆਂ ਨੇ ਇੰਨੀਆਂ ਕਿ ਵੀ ਉਹ ਸੜਕਾਂ ਭਾਰ ਝੇਲ ਲੈਣ? ਤਾਂ ਸਾਨੂੰ ਇਹ ਨਵੇਂ ਸਿਸਟਮ ਤਾਂ ਸੋਚਣੇ ਹੀ ਪੈਣਗੇ। ਚੰਡੀਗੜ੍ਹ ਦੇ ਵਿੱਚ ਦੇਖੋ ਪਿਛਲੇ 14 ਸਾਲ ਤੋਂ ਮੈਟਰੋ ਦੇ ਚੱਲੀ ਜਾ ਰਿਹਾ ਕਿ ਮੈਟਰੋ ਚਲਾਓ, ਨਹੀਂ ਚਲਾਣੀ, ਇਸ ਤਰ੍ਹਾਂ ਦਾ 22% ਦੇ ਹਿਸਾਬ ਨਾਲ ਚੰਡੀਗੜ੍ਹ ਰੋਜ਼ ਵੱਧ ਰਿਹਾ। ਸੋ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਅਸੀਂ ਅੱਜ ਤੋਂ ਮਤਲਬ ਨਹੀਂ ਸੋਚਾਂਗੇ ਲੌਂਗ ਟਰਮ ਦੀ ਇੱਕ ਯੋਜਨਾ ਲੈ ਕੇ, ਤਾਂ ਮੈਨੂੰ ਲੱਗਦਾ ਕਿ ਅਸੀਂ ਇਹਦੇ 'ਚ ਅੱਗੇ ਆਉਣ ਵਾਲੇ ਟਾਈਮ 'ਚ ਫੇਲ ਹੋ ਜਾਾਂਗੇ, ਸਿਸਟਮ ਬਹੁਤ ਕੋਲੈਪਸ ਹੋ ਜਾਣਗੇ। ਸੋ ਠੀਕ ਹੈ, BRT ਸਿਸਟਮ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਹੁਤ ਸਾਰੀਆਂ ਖਾਮੀਆਂ ਨਜ਼ਰ ਆ ਰਹੀਆਂ ਹੋਣਗੀਆਂ, ਤਾਂ ਮੈਨੂੰ ਲੱਗਦਾ ਕਿ ਉਹ ਖਾਮੀਆਂ ਉਜਾਗਰ ਕਰਨ ਕਿ ਇਹ ਖਾਮੀਆਂ ਨੇ, ਇਹਨਾਂ ਨੂੰ ਠੀਕ ਕਿਸ ਤਰ੍ਹਾਂ ਕਰਨਾ ਹੈ। ਇਹ ਲੋਕਲ ਬੋਡੀ ਡਿਪਾਰਟਮੈਂਟ ਕੰਮ ਕਰੇ ਉਸ ਦੇ ਉੱਤੇ ਤੇ ਲੋਕਾਂ ਨੂੰ, ਤਾਂ ਕਿ ਸੁਵਿਧਾ ਜ਼ਿਆਦਾ ਤੋਂ ਜ਼ਿਆਦਾ ਹੋਵੇ। ਜੀ ਬੇਸਿਕਲੀ ਤੁਸੀਂ ਠੀਕ ਕਹਿ ਰਹੇ ਹੋ, 550 ਕਰੋੜ ਰੁਪਇਆ ਜੇਕਰ ਕੁਝ ਐਲੀਵੇਟਡ ਰੋਡਸ ਹੋਰ ਬਣ ਜਾਂਦੀਆਂ, ਜੇਕਰ ਜਿਹੜੀਆਂ ਉਪਲਬਧ ਸੜਕਾਂ ਉਹਨਾਂ ਨੂੰ ਚੌੜੀਆਂ ਕਰਤਾ ਜਾਂਦਾ, ਬਜਾਏ ਤੇ ਕਿ ਉਹਨਾਂ ਦੀ ਡਿਵੀਜ਼ਨ ਕਰਤੀ ਗਈ ਹੈ, ਉਹਨਾਂ ਦੇ ਵਿੱਚੋਂ ਦੀ ਇੱਕ ਚੌੜੀ ਸੜਕ ਹੈ ਉਹਦੇ ਵਿੱਚੋਂ ਦੀ BRTS ਦਾ ਸਿਸਟਮ ਬਣਾਤਾ ਗਿਆ, ਕੁਝ ਨਵੇਂ ਐਲੀਵੇਟਡ ਰੋਡ ਬਣਾਏ ਆ ਉਹ ਛੋਟੇ ਬਣਾਏ ਗਏ ਆ, ਸਿਰਫ ਉਹਦੇ ਵਿੱਚ ਇਹੀ ਬੱਸ ਚੱਲੇਗੀ, ਜੇ ਉਹਦੀ ਬਜਾਏ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਡਬਲ ਰੋਡ ਬਣ ਜਾਂਦੀਆਂ, ਜਿਵੇਂ ਬੰਬੇ ਦੇ ਵਿੱਚ ਹੈ, ਦਿੱਲੀ 'ਚ ਕਈ ਏਰੀਆਜ਼ ਹੈ, 에ਅਰਪੋਰਟ ਦੇ ਨੇੜੇ ਕਈ ਜਗ੍ਹਾ ਤੁਸੀਂ ਦੇਖਦੇ ਹੋ, ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਬਿਹਤਰ ਤਰੀਕੇ ਨਾਲ ਇਨਵੈਸਟਮੈਂਟ ਹੁੰਦੀ ਚੰਗਾ ਸੀ। ਖੈਰ ਚੰਗੇ ਲਈ ਹਰ ਕੋਈ ਕਰਦਾ ਹੈ, ਕੋਈ ਮਾੜਾ ਕੋਈ ਪ੍ਰੋਜੈਕਟ ਨਹੀਂ ਲਿਆਉਂਦਾ, ਪਰ ਇਸ ਵੇਲੇ ਇਹ ਉਹਨਾਂ ਫਾਇਦੇਮੰਦ ਨਹੀਂ। ਇਹ ਸਾਰੀਆਂ ਗੱਲਾਂ ਆਪਣੀ ਜਗ੍ਹਾ। ਭਾਸਕਰ ਸਾਹਿਬ ਆਖਰੀ ਟਿੱਪਣੀ ਫਿਰ ਵਿਰਾਮ ਦਈਏ। ਰੰਧਾਵਾ ਜੀ, BRTS ਪ੍ਰੋਜੈਕਟ ਪਿਛਲੇ ਕੁਝ ਮਹੀਨੇ ਪਹਿਲੇ ਮੈਂ ਸੂਰਤ ਗਿਆ ਸੀ, ਉਹਦੇ ਵਿੱਚ ਬੜਾ ਜ਼ਬਰਦਸਤ ਚੱਲ ਰਿਹਾ। ਇੰਦੌਰ ਦੀ ਗੱਲ ਇੰਦਰਪ੍ਰੀਤ ਉਹਨਾਂ ਨੇ ਕੀਤੀ ਹੈ, ਖਾਮੀਆਂ ਹੋ ਸਕਦੀ ਹੈ ਪਰ ਉਹਦਾ ਏਮ, ਉਹਦਾ ਟੀਚਾ ਉਹ ਬਿਲਕੁਲ ਠੀਕ ਸੀਗਾ, ਜਿਹਦੇ ਕਰਕੇ ਅੰਮ੍ਰਿਤਸਰ ਵਰਗੇ ਕਰਾਊਡਡ ਸ਼ਹਿਰ ਦੇ ਵਿੱਚ ਇਸ ਰਸ਼ ਨੂੰ ਘਟਾਇਆ ਜਾ ਸਕਦਾ। ਚਲੋ ਇਹਦੇ ਉੱਤੇ ਸਰਕਾਰਾਂ ਵਿਚਾਰ ਕਰਨਗੀਆਂ। ਪੈਸੇ 550 ਕਰੋੜ ਲਾਏ ਨੇ, ਉਸ ਪੈਸੇ ਦੇ ਰਾਹੀਂ ਲੋਕਾਂ ਨੂੰ ਸਹੂਲੀਅਤ ਚੰਗੇ ਤਰੀਕੇ ਨਾਲ ਸਿਸਟਮ ਨੂੰ ਅਡਾਪਟ ਕਰਕੇ ਦਿੱਤੀ ਜਾ ਸਕਦੀ ਹੈ। ਇਹਦੇ ਉੱਤੇ ਵਿਚਾਰ ਹੋਣਾ ਚਾਹੀਦਾ, ਔਰ ਜਿਹੜੇ ਨਿੱਜਰ ਸਾਹਿਬ ਨੇ ਮੰਤਰੀ ਜੀ, ਉਹ ਇਹਦੇ ਉੱਤੇ ਵਿਚਾਰ ਕਰ ਰਹੇ ਨੇ। ਅੱਛਾ, ਆਖਰੀ ਗੱਲ ਜਿਹੜੀ ਜ਼ਰੂਰ ਲੈ ਲਓ, ਜਿਹੜੀ ਜਿਹਦੇ ਚ ਸੈਸ਼ਨ ਕੋਰਟ ਚ ਅੱਜ ਅਪੀਲ ਰਾਹੁਲ ਗਾਂਧੀ ਨੇ ਕਰਨੀ। ਹਾਂਜੀ ਇੰਦਰਪ੍ਰੀਤ ਜੀ ਆਪਣੀ ਗੱਲ ਕਰ ਲਓ। ਮੈਂ ਤਾਂ ਸਿਰਫ ਇਹਦੇ ਤੇ ਹੀ ਗੱਲ ਕਰ ਰਿਹਾ ਸੀ, ਜਿਹੜਾ ਤੁਸੀਂ ਕਿਹਾ ਨਾ ਕਿ ਇਹਦੇ ਤੋਂ ਰੈਵਨਿਊ ਇਕੱਠਾ ਨਹੀਂ ਹੋ ਰਿਹਾ। ਮੈਨੂੰ ਲੱਗਦਾ ਕਿ ਇਹ ਇੱਕ ਇਹੋ ਜਿਹਾ ਸੈਕਟਰ ਹੈ ਜਿਸ ਤੋਂ ਸਾਨੂੰ ਰੈਵਨਿਊ ਦੀ ਬਹੁਤੀ ਆਸ ਨਹੀਂ ਕਰਨੀ ਚਾਹੀਦੀ। ਸਾਨੂੰ ਮੈਨੂੰ ਲੱਗਦਾ ਲੋਕਾਂ ਦੀ ਸੁਵਿਧਾ ਦੀ ਜ਼ਿਆਦਾ ਉਹ ਕਰਨੀ ਚਾਹੀਦੀ ਹੈ। ਹਰ ਜਗ੍ਹਾ ਤੇ ਆਪਾਂ ਪੈਸਾ ਕਮਾਉਣਾ ਵੀ ਨਹੀਂ ਹੈ। ਦੇਖੋ ਜੇ 550 ਕਰੋੜ ਰੁਪਇਆ ਅਸੀਂ ਉਸ ਸਿਸਟਮ ਨੂੰ ਬਣਾਉਣ ਤੇ ਲਗਾਇਆ ਤਾਂ ਉਹ ਲੋਕਾਂ ਦੀ ਸੁਵਿਧਾ ਵਾਸਤੇ ਹੈ, ਮਤਲਬ ਕਿ ਲੋਕ ਜ਼ਿਆਦਾ ਟ੍ਰੈਫਿਕ 'ਚ ਨਾ ਫਸੇ ਰਹਿਣ। ਅਸੀਂ ਕਿੰਨਾ ਪੈਟਰੋਲ ਬਰਬਾਦ ਕਰੀ ਜਾ ਰਹੇ ਹਾਂ ਟ੍ਰੈਫਿਕ 'ਚ ਫਸ ਕੇ, ਟਾਈਮ ਔਰ એનર્ਜੀ ਵੇਸਟ ਕਰੀ ਜਾ ਰਹੇ ਹਾਂ। ਤਾਂ ਜੇ ਇਸ ਤਰ੍ਹਾਂ ਦੀ ਪਬਲਿਕ ਟਰਾਂਸਪੋਰਟ ਇੱਕ ਅੱਛੀ ਸਿਸਟਮ ਡਿਵੈਲਪ ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਉਹਦੇ ਤੇ ਜੇ ਰੈਵਨਿਊ ਘੱਟ ਵੀ ਆ ਰਿਹਾ ਜਾਂ ਨਹੀਂ ਵੀ ਆ ਰਿਹਾ ਤਾਂ ਵੀ ਇਹਨੂੰ ਕਿਤੇ ਹੋਰ ਸਾਈਡ ਤੋਂ ਵੀ ਲੈ ਲਿੱਤਾ ਜਾਣਾ ਚਾਹੀਦਾ। ਕੱਲਾ ਇਸ ਤੇ ਨਾ ਵੀ ਹੋਏ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੈ। ਜੇ 8,000 ਰੰਧਾਵਾ ਸਾਹਿਬ 8,000 ਨਵੀਂ ਗੱਡੀ ਪੈ ਜਾਂਦੀ ਹੈ ਇੱਥੇ, ਤਾਂ ਜਿੰਨਾ ਪੈਟਰੋਲ ਦੇ ਉੱਤੇ ਗਵਰਨਮੈਂਟ ਸਬਸਿਡੀ ਦਿੰਦੀ ਹੈ, ਮੈਨੂੰ ਲੱਗਦਾ ਕਿ ਉਸੇ ਦੇ ਭਾਰ ਨਾਲ ਹੀ ਜੇ ਇਕੱਲਾ ਇਹ ਵਾਲਾ ਜਿਹੜਾ ਚੰਕ ਹੈ ਉਹ ਲੋਕਲ ਬੋਡੀ ਨੂੰ ਦੇਤਾ ਜਾਏ ਤਾਂ ਮੈਨੂੰ ਲੱਗਦਾ ਕਿ BRTS ਵੀ ਆਪਣਾ ਕਾਮਯਾਬੀ ਨਾਲ ਚੱਲ ਸਕਦਾ। ਇਹ ਜੀ ਕੋਈ ਗੱਲ ਨਹੀਂ ਹੈ ਕਿ ਚੱਲ ਨਾ ਸਕੇ। ਖਾਮੀਆਂ ਦੂਰ ਕਰ ਲੈਣੀਆਂ ਚਾਹੀਦੀਆਂ ਨੇ ਜੇ ਕਿਤੇ ਨਜ਼ਰ ਆ ਰਹੀਆਂ ਹੈ। ਭਾਸਕਰ ਸਾਹਿਬ, ਰਾਹੁਲ ਗਾਂਧੀ ਸੈਸ਼ਨ ਕੋਰਟ 'ਚ ਜਾਣਗੇ ਗੁਜਰਾਤ ਦੇ ਵਿੱਚ, ਦੱਸਿਓ ਜ਼ਰਾ। ਅੱਜ ਰਾਹੁਲ ਗਾਂਧੀ ਨੂੰ ਸੂਰਤ ਕੋਰਟ ਤੋਂ 2 ਸਾਲ ਦੀ ਕੈਦ ਹੋਈ ਮਾਨਹਾਨੀ ਦੇ ਮਾਮਲੇ ਦੇ ਵਿੱਚ।
ਕਿਉਂ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ 2019 ਦੇ ਵਿੱਚ ਕਰਨਾਟਕਾ ਦੇ ਵਿੱਚ। ਉਸ ਤੋਂ ਬਾਅਦ ਮਾਰਚ 23 ਨੂੰ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਤੋਂ ਡਿਸਕੁਆਲੀਫਾਈ ਹੋ ਜਾਂਦੇ ਨੇ। ਤਦ ਤੋਂ ਲੈ ਕੇ ਅੱਜ ਤੱਕ 30 ਦਿਨ ਦਾ ਟਾਈਮ ਅਦਾਲਤ ਨੇ ਦਿੱਤਾ ਸੀਗਾ ਕਿ 30 ਦਿਨਾਂ ਦੇ ਵਿੱਚ ਤੁਸੀਂ ਇਹਦੇ ਉੱਤੇ ਆਪਣੀ ਅਪੀਲ ਕਰ ਸਕਦੇ ਹੋ ਸੈਸ਼ਨ ਕੋਰਟ ਦੇ ਵਿੱਚ। ਔਰ ਇਸ ਮੁੱਦੇ ਦੇ ਉੱਤੇ ਹਜੇ ਤੱਕ ਕਾਂਗਰਸ ਨੇ ਫੈਸਲਾ ਨਹੀਂ ਲਿੱਤਾ ਸੀ, ਪਰ ਹਾਂ ਹੁਣ ਲੈ ਲਿਆ ਗਿਆ, ਕਿਉਂਕਿ ਕਾਂਗਰਸ ਦੇ ਹਾਇਰ ਸਰਕਲ ਦੇ ਵਿੱਚ, ਹਾਈ ਕਮਾਂਡ ਦੇ ਵਿੱਚ, ਵੱਡੇ ਲੀਡਰਾਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਇੱਕ ਬੜੀ ਬਹਿਸ ਹੋਈ, ਗੱਲਾਂ ਹੋਈਆਂ ਕਿ ਰਾਹੁਲ ਗਾਂਧੀ ਬੇਲ ਲੈਣ ਕੇ ਜੇਲ੍ਹ ਜਾਣ। ਜੇਲ੍ਹ ਜਾਂਦੇ ਨੇ ਤੇ ਉਹਨਾਂ ਨੂੰ ਪਾਰਟੀ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ, ਰਾਹੁਲ ਗਾਂਧੀ ਦੀ ਵੀ ਇੱਕ ਰਾਜਨੀਤੀ ਚਮਕ ਜਾਂਦੀ ਹੈ। ਇਹਦੇ ਉੱਤੇ ਵੀ ਗੱਲਾਂ ਹੋਈਆਂ। ਕਪਿਲ ਸਿੱਬਲ ਜਿਹੜੇ ਪਾਰਟੀ ਛੱਡ ਚੁੱਕੇ ਨੇ, ਉਹ ਲੀਗਲ ਵੇ ਨਾਲ ਇਹਦੀ ਤਿਆਰੀ ਕਰ ਰਹੇ ਸੀ ਤੇ ਹੁਣ ਉਹ ਫੈਸਲਾ ਆ ਗਿਆ। ਸੋਨੀਆ ਗਾਂਧੀ ਉਹਨਾਂ ਨੇ ਆਪਣੀ ਫਾਈਨਲ ਹਾਂ ਕਰਤੀ ਹੈ ਕਿ ਸੈਸ਼ਨ ਕੋਰਟ ਦੇ ਵਿੱਚ ਕੱਲ ਰਾਹੁਲ ਗਾਂਧੀ ਉਹ ਆਪਣੀ ਅਪੀਲ ਦਾਇਰ ਕਰ ਰਹੇ ਨੇ। ਉਸ ਅਪੀਲ ਤੋਂ ਬਾਅਦ ਜਿੱਦਾਂ ਮੁਹੰਮਦ ਫੈਜ਼ਲ ਜਿਹੜੇ ਲਕਸ਼ਦੀਪ ਦੇ ਐਮਐਲਏ ਸੀ, ਐਮਪੀ ਸੀ, ਉਹਨਾਂ ਦੀ ਵੀ ਡਿਸਕੁਆਲੀਫਿਕੇਸ਼ਨ ਹੋਈ ਸੀ ਜਦ ਉਹਨਾਂ ਨੂੰ 10 ਸਾਲ ਦੀ ਕੈਦ ਸੁਣਾਈ ਗਈ ਸੀ, ਪਰ ਹਾਇਰ ਕੋਰਟ ਤੋਂ ਸਟੇ ਮਿਲਣ ਤੋਂ ਬਾਅਦ ਉਹਨਾਂ ਦੀ ਲੋਕ ਸਭਾ ਦੀ ਮੈਂਬਰਸ਼ਿਪ ਬਹਾਲ ਹੋ ਗਈ ਸੀ। ਇਸ ਤਰੀਕੇ ਨਾਲ ਹੀ ਰਾਹੁਲ ਗਾਂਧੀ ਉਹਨਾਂ ਦੀ ਵੀ ਮੈਂਬਰਸ਼ਿਪ ਲੋਕ ਸਭਾ ਤੋਂ ਬਹਾਲ ਹੋ ਸਕਦੀ ਹੈ ਜੇ ਕਿਤੇ ਉਹਨਾਂ ਨੂੰ ਕੋਰਟ ਤੋਂ ਸਟੇ ਮਿਲ ਜਾਏ, ਜਿਹਦੇ ਚਾਂਸਸ ਲੀਗਲ ਐਕਸਪਰਟ ਕਹਿੰਦੇ ਆ ਕਿ ਕਾਫੀ ਜ਼ਿਆਦਾ ਹੈਗੇ। ਜੀ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।